ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ। ਕਰਮ ਧਰਮ ਪਾਖੰਡ ਜੋ ਦੀਸਹਿ, ਤੈਨ ਜਮ ਜਗਤੀ ਲੁਟੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਕਰਮ ਧਰਮ ਪਾਖੰਡ ਜੋ ਦੀਸਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਅੱਜ ਅਸੁਣ ਪ੍ਰੇਮ ਉਮਾਹੜ ਕਿਉਂ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਅੱਸੂ ਦੇ ਮਹੀਨੇ ਦੀ ਸ਼ੁਭ ਸੰਗਰਾਂਦ ਦਾ ਦਿਹਾੜਾ ਹੈ। ਆਓ ਹਰ ਰੋਜ਼ ਦੀ ਤਰ੍ਹਾਂ ਜੋ ਇਸ ਸਥਾਨ ਦੇ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਇਸ ਵਕਤ ਪ੍ਰਾਰੰਭ ਹੁੰਦੀ ਹੈ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ। ਰਸਨਾ ਦੀ ਬਿਹਤਰਤਾ ਲਈ ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਫੁਰਮਾਨ ਕਰਦੇ ਨੇ। ਕਰਮ ਧਰਮ ਪਾਖੰਡ ਜੋ ਦੀਸਹਿ। ਇਹ ਭਾਈ ਜੋ ਨਿਤ ਕਰਮ ਨੇ, ਨਮਿਤਾਦ ਕਰਮ ਨੇ, ਯੱਗ ਆਦਿ ਕਰਮ ਹਨ ਅਤੇ ਧਰਮ ਨੇ ਯੱਗ ਆਦਿਕ ਤੇ ਪਖੰਡ ਵਿਖਾਵੇ ਦੇ ਕਰਮ ਦਿਸਦੇ ਹਨ। ਤਿੰਨ ਜਮ ਜਗਤੀ ਲੁਟੈ। ਤਿੰਨਾਂ ਨੂੰ ਜਾਗਾਤੀ ਮਸੂਲ ਲੈਣ ਵਾਲਾ ਜਿਹੜਾ ਯਮਦੂਤ ਹੈ, ਇਹ ਰਸਤੇ ਵਿੱਚ ਹੀ ਲੁੱਟ ਲੈਂਦਾ ਹੈ। ਭਾਵ ਜਦ ਪਰਲੋਕ ਦੇ ਰਸਤੇ ਵਿੱਚ ਬਹੁਤ ਜ਼ਿਆਦਾ ਦੁੱਖ ਆਉਂਦੇ ਨੇ ਤਾਂ ਉਹਨਾਂ ਤੋਂ ਬਚਣ ਲਈ ਯਮਦੂਤ ਕੀਤੇ ਹੋਏ ਪੁੰਨਾਂ ਦਾ ਫਲ ਜੀਵ ਦੇ ਪਾਸੋਂ ਲੈ ਲੈਂਦੇ ਨੇ। ਆਂਦੇ ਨੇ ਜਦ ਧੁੱਪ ਲੱਗਦੀ ਹੈ, ਜਹ ਮਹਾ ਭਿਆਨ ਤਪਤ ਵੋ ਕਾਮ। ਬੜੀ ਭਿਆਨਕ ਤਪਸ਼ ਹੈ, ਬੜੀ ਗਰਮੀ ਹੈ। ਤੈ ਹਰ ਕੇ ਨਾਮ ਗੀ ਤੂੰ ਮੋ ਪਰੇਸ਼ਾਨ। ਉੱਥੇ ਹਰੀ ਦਾ ਨਾਮ ਛਤਰੀ ਬਣ ਕੇ ਛਾਂ ਕਰੇਗਾ, ਪਰ ਜਿਨ੍ਹਾਂ ਨਾਮ ਨਹੀਂ ਜਪਿਆ ਯਮਦੂਤ ਕਹਿੰਦੇ ਨੇ ਜੇ ਤੈਨੂੰ ਛਾਵੇਂ ਖਿਲਾਰਾਂਗੇ ਤਾਂ ਜਿਹੜਾ ਤੂੰ ਪੁੰਨ ਫਲਾਣੀ ਜਗ੍ਹਾ 'ਤੇ ਫਲਾਣੇ ਸਮੇਂ ਕੀਤਾ ਉਹਦਾ ਫਲ ਸਾਨੂੰ ਦੇ। ਫਿਰ ਜਦ ਪਿਆਸ ਲੱਗਦੀ ਹੈ, ਇਹ ਪਾਣੀ ਮੰਗਦਾ ਹੈ, ਤਾਂ ਉਹ ਕਹਿੰਦੇ ਨੇ ਪਾਣੀ ਦਾ ਘੁੱਟ ਤੈਨੂੰ ਤਾਂ ਪਿਆਵਾਂਗੇ ਜਿਹੜਾ ਫਲਾਣੀ ਜਗ੍ਹਾ ਪੁੰਨ ਕੀਤਾ ਉਹ ਸਾਨੂੰ ਦੇ। ਇਉਂ ਛਾਵੇਂ ਖਿਲਾਰਨ ਦੇ ਬਦਲੇ, ਪਾਣੀ ਪਿਆਉਣ ਦੇ ਬਦਲੇ
ਯਮਦੂਤ ਰਸਤੇ ਦੇ ਵਿੱਚ ਜੀਵ ਦੇ ਜਿੰਨੇ ਕਰਮ ਧਰਮ ਉਹਨਾਂ ਦਾ ਫਲ ਆ ਸਭ ਲੁੱਟ ਕੇ ਖਾਲੀ ਹੱਥ ਧਰਮਰਾਜ ਜੀ ਦੇ ਅੱਗੇ ਪੇਸ਼ ਕਰਦੇ ਨੇ। ਇਸੇ ਲਈ ਸਤਿਗੁਰੂ ਜੀ ਮਹਾਰਾਜ ਨੇ ਇਹ ਸਾਨੂੰ ਹੁਕਮ ਕੀਤਾ ਹੈ, ਬਕਾਇਦਾ ਹੁਕਮ ਹੈ। ਜਿਹੜੀ ਹਦਾਇਤ ਹੁੰਦੀ ਹੈ ਉਹ ਭਾਵੇਂ ਬੰਦਾ ਮੰਨੇ ਜਾਂ ਨਾ ਮੰਨੇ, ਪਰ ਹੁਕਮ ਹਰ ਹਾਲਤ ਦੇ ਵਿੱਚ ਮੰਨਣਾ ਪੈਂਦਾ। ਇਹਦੇ ਵਿੱਚ ਕੋਈ ਛੋਟ ਨਹੀਂ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਸਤਿਯੁਗ ਸਤ ਤੇਤਾ ਜੱਗੀ, ਦੁਆਪਰ ਪੂਜਾ ਚਾਰ, तीनों जोग तीनों दृढ़, कल केवल नाम आधार, पार कैसे पाई बोरे रहाओ। सो ये कलयुग का जो भयानक समा है, काल नाही जोग नाही, ये योगाभ्यास का समा नहीं, ना ही कर्म धर्म करन का समा है, ना ही सत का ढाब, सतवरतगी होने का भी तरीका नहीं है। हरीचंद राजा होया है, वेखो किन्ना सत परतगी, किन्ना उन्हें धर्म कमाया। पर प्रभाती राग विच ओहदी बाबत भी लिखिया है कि जिहड़ा राजा हरीचंद 1.25 मन सोना दान करके फिर अपना मूँह झूठा करदा, रोटी पानी खांदा, ओहदी वेखो कितनी बुरी हालत होई। तिन हरीचंद पृथ्वी पत राजै, कागद कीम न भाई, औगण जाने ता पुन करे क्यों, क्यों ने खास बेखाई। नखास आदम फरोश मंडी का नाम है, जो अफगानिस्तान दे विच गजनी शहर दे विच लगदी हुंदी, या काशी दे विच भी लग्या करदी। उन्हां वेलियां दे विच उस मंडी दे विचों नौकर चाकर गोले आदमी मुल खरीद के घर लियाए जाते, तो उन्होंने तो जबरदस्ती 24 घंटे खड़ी लत आपकी मर्जी नाल काम कराया जाता। वो ना कर सकते। एडा वड्डा राजा जिहड़ा 1.25 मन सोना दान करके फिर रोटी खांदा हुंदा सी, वेखो फिर भी उसकी बुरी हालत हुई। विश्वामित्र इनू गुस्सा चढ़ गया कि जिहड़ा इहदा पिता त्रिशंकु राजा सी, वो तो मेरा चेला सी, इन्हें मैनू छड्ड के ते वशिष्ठ नूं क्यों गुरु धारण कर लिया। इनू मैं मत सिखावां। सूर का रूप धार के उसका बाग पुट्टन लग पिया। राजे ने उसदे मगर घोड़ा दौड़ाया। वजीरा ने बथेरा आख्या, कहते महाराज तुहाडी रोटी का टाइम होया, आपां पिछे चलीए। ये सूर कोई छल जापदा, ये कदी पहला वेखिया नहीं, तो बढंगा जिहा है। तुहाडे नाल धोखा होएगा, तुसीं इहदे मगर ना जाओ। पर हरीचंद राजे ने जिद की। वो सूर माड़ा मोटा इनू भजा के इधर उधर हो के लुक गया, मुड़ के विश्वामित्र बन गया। वेखो लोभ कितना प्रबल है। जिस साध का कख भी नहीं है, नानू
ਰੋਟੀ ਚਾਹੀਦੀ ਹੈ, ਨਾ ਉਹਨੂੰ ਮਕਾਨ ਚਾਹੀਦਾ, ਨਾ ਉਹਨੂੰ ਪੈਸਾ ਚਾਹੀਦਾ। ਧੋਤੀ ਲੰਗੋਟੀ वाले नांगे साधु, हम साधु होते हैं जी, बड़े त्यागी वैरागी। पर इन्हां लोकां दे मन दे विच भी मत्था टिकाउण दी, पूजा कराउण दी इच्छा हुंदी है। सतोगुणी तां बण जांदे ने, पैसे की कीमत भी उन्हां कोल मुक जांदी है भी पैसा की करना जी, साध बन गए। मकान की की लोड़ है, जंगल च चौंकड़ा मार लिया। प्रभु की माया वेखो कितनी प्रबल है कि इहो जिहे साधु नूं भी नहीं छड्डदे। मन दे विच पूजा कराउण दी इच्छा, सत्कार कराउण दी इच्छा नहीं जाती किसी दी भी। लालच विच आके कि राजा मेरी पूजा करेगा, जिहड़ी वाह वाह दी पावर हुंदी है, जिंदाबाद जिंदाबाद झंडियां चुक के नाम लैके फलाना जिंदाबाद, वाह वाह। रोटी भावें किसी को ना ही खवाओ, पानी भावें ना पियाओ, पैसा भावें ना दिओ, पर वाह वाह की जिहड़ी खुराक है ये हरेक इंसान खांदा है। ये तो बगैर, रोटी तो बगैर दो टंग आप कट सकते हैं, पानी तो बगैर भी एक दो दिन लंघ जाएंगे। पर जे वाह वाह नहीं होएगी, सत्कार नहीं होएगा, फिर एक मिनट रहना औखा हो जाता है। बग्गा पीला जिहा चेहरा हो जाएगा भी इन्हें तो बुलाया नहीं सानू। वाह वाह की बड़ी वड्डी पावर है जो रोटी नालों भी ज़्यादा है। सतगुरु नानक देव महाराज के वेले की बात है, किसी साध ने चलीसा रखिया तो महाराज नगर गए। नगर निवासी बड़ा उत्थे मेला कर रहे सन। महाराज कहते की आ जी अज? कहते अज साढ़े महापुरखा ने भोरे विचों बाहर आना है 40 दिनों बाद। ना वो रोटी खाते ने 40 दिन, ना वो पानी पींदे ने, सिर्फ तप करते रहंदे। ते 40 दिनों बाद सूरज देखते ने। एडे वड्डे महापुरख ने कुछ नहीं खाते। महाराज कहते ये तो हो नहीं सकता, कोई भी इंसान जो है वो खान पीन तो बगैर तो रह नहीं सकता, खाना पीना तो पएगा। आप तो नहीं मनते। आ जिहड़े भुख हड़ताल से बैठते ने बिल्कुल पखंड, निरोल, झूठ, छल, फरेब, कोई भी है भावें। गुरु घर दे विच गुरमत अनुसार भुख हड़ताल का अखर ही नहीं है साडी डिक्शनरी। को किसी को राज न दे है, जो लय है निज बल से लय है। महाराजा रणजीत सिंह ने भुख हड़ताल नहीं सी रखी, छत्र के जोर नाल मुसले भजाए सी ते किरपान की ताकत नाल वो तख्त ते बैठा सी। इस तरह भुख हड़ताल नाल नहीं कुछ भी बनना। अगले नूं की मरदा कोई मरे पिया। तो जिहड़ा भुख हड़ताल का स्टंट करता है वह भी भुखा नहीं रहिंदा, रात बराती कुछ ना कुछ वो खाई पी भी जाते हैं। रोटी तो मेरे वर्गे गरीबां दे हिस्से आउंदी है, प्रशादा तो आप ही छकते हैं। लोग तो दुध पींदे ने, जूस पींदे ने, अनार खांदे ने, सेब खांदे ने। जिन्होंने देसी घ्यो का 3 मील का कड़ा प्रसाद मिले, चंगा गाफा, उन्होंने रोटी की लोड़ है। श्राद्ध चल रहे ने, पंडितों दी बड़ियां स्टोरियां ग्रंथों में लिखियां मिलदियां। वो किसी कहा जी चूरन खा लो जे पेट दर्द हो रही है, कहता जी चूरन जोगी जगह होंदी तो एक पूड़ा होर ना खा लेंदे। तो इस वास्ते उत्थे तो खीर कड़ा चलता है। रोटी तो आम साढ़े वर्गे बंदे खाते हैं सब्जी भाजी नाल। अमीर बंदी रोटी नहीं खाते। कई बड़ी शेखी मारन के आप तो रोटी नहीं खाते जी। किते पुछ के वेखियो भी की खाते हो? ड्राई फ्रूट। जिन्होंने ड्राई फ्रूट मिले उन्हें रोटी वाल की वेखना।
ਭੁੱਖ ਹੜਤਾਲ ਇੰਜ ਦੀ ਹੁੰਦੀ ਹੈ, ਜੂਸ ਵੀ ਪੀਵੀ ਜਾਣਾ, ਕੜਾ ਪ੍ਰਸ਼ਾਦ ਵੀ ਛਕੀ ਜਾਣਾ, ਜੋ ਦਗੜਦੀ ਮਗੜਦੀ ਸਭ ਕੁਛ ਕਰੀ ਜਾਣੀ, ਸਿਰਫ ਰੋਟੀ ਨਹੀਂ ਖਾਣੀ, ਪਾਣੀ ਵੀ ਪੀਵੀ ਜਾਓ। ਅਤੇ ਇਸ ਵਾਸਤੇ ਬਿਲਕੁਲ ਸਟੰਡ ਹੈ ਅਤੇ ਪਖੰਡ ਹੈ। ਗੁਰੂ ਘਰ ਦੇ ਵਿੱਚ ਇਹਦੀ ਕੋਈ ਅਹਿਮੀਅਤ ਨਹੀਂ। ਨਾ ਮਹਾਰਾਜ ਨੇ ਭੁੱਖ ਹੜਤਾਲ ਰੱਖੀ ਹੈ ਅਤੇ ਨਾ ਕੋਈ ਇਹਦੀ ਆਗਿਆ ਦਿੱਤੀ ਹੈ। ਹਾਂ, ਰੋਸ ਮੁਜ਼ਾਹਰਾ ਹੋ ਸਕਦਾ, ਪ੍ਰੋਟੈਸਟ ਹੋ ਸਕਦਾ, ਉਹ ਗੱਲ ਵੱਖਰੀ ਹੈ। ਸ਼ਾਂਤੀ ਨਾਲ ਵੀ ਹੋ ਸਕਦਾ। ਫਿਰ ਦੂਜਾ ਤਰੀਕਾ ਸਿੰਘਾਂ ਵਾਲਾ ਤਾਂ ਹੈ ਹੀ ਹੈ, ਕੋ किसी को राज न दे है जो ਲੈ ਹੈ ਨਿਜ ਬਲ ਸਿਰ ਹੈ, ਸ਼ਸਤਰਨ ਕੇ ਅਧੀਨ ਹੈ ਰਾਜ। ਜਿਹੜਾ ਰਾਜ ਭਾਗ ਉਹ ਸ਼ਸਤਰਾਂ ਦੇ ਅਧੀਨ ਹੈ। ਗੁਰਦੁਆਰੇ ਨੇ ਮੰਗ ਨਹੀਂ ਮੰਗੀ, ਹੱਕ ਮੰਗੇ ਹਨ, ਜੋ ਬਰਾਬਰ ਦਾ ਹੱਕ ਹੁੰਦਾ ਹੈ। ਸੋ ਰਹੋ ਵਿਚਾਰ। ਜਿਹੜਾ ਇਹ ਵਿਸ਼ਵਾਮਿੱਤਰ ਸੀ, ਇਹ ਇੰਨਾ ਗੁੱਸੇ ਵਿੱਚ ਆਇਆ, ਇਹਨੂੰ ਪੂਜਾ ਕਰਾਉਣ ਦੀ ਇੱਛਾ ਜਾਗੀ। ਸਤਿਗੁਰੂ ਨਾਨਕ ਦੇਵ ਜੀ ਬਾਬਤ ਮੈਂ ਬਚਨ ਸੁਣਾ ਰਿਹਾ ਸੀ। ਲੋਕ ਕਹਿੰਦੇ ਜੀ ਸੰਤ ਕੁਝ ਖਾਂਦਾ ਨਹੀਂ। ਮਹਾਰਾਜ ਕਹਿੰਦੇ ਤੁਹਾਨੂੰ ਹੁਣੇ ਦਿਖਾਉਂਦੇ ਆ, ਇੰਜ ਕਰੋ। ਸੰਤਾਂ ਨੇ ਕਦੋਂ ਨਿਕਲਣਾ? ਕਹਿੰਦੇ ਬਸ ਨਿਕਲਣ ਵਾਲੇ ਹੀ ਨੇ। ਮਹਾਰਾਜ ਕਹਿੰਦੇ ਆਪਾਂ ਆਪਦੇ ਘਰਾਂ ਨੂੰ ਜਾਓ, ਕਿਸੇ ਨੇ ਇੱਥੇ ਰਹਿਣਾ। ਅਤੇ ਫਿਰ ਤੁਸੀਂ ਵੇਖਿਓ, ਮੈਂ ਤੁਹਾਨੂੰ ਦਿਖਾਊਂਗਾ ਵੀ ਸੰਤ ਕੀ ਖਾਂਦਾ ਹੈ। ਉਹਨਾਂ ਸਾਰਿਆਂ ਨੂੰ ਘਰਾਂ ਨੂੰ ਭਜਾਤਾ, ਮੇਲਾ ਛਿੰਨ ਬਿੰਨ ਕਰ ਦਿੱਤਾ। ਉਹ ਸੰਤ ਜੀ ਮਹਾਰਾਜ ਬਾਹਰ ਆਏ। ਜਦ ਭੋਰੇ ਸਾਹਿਬ ਤੋਂ ਬਾਹਰ ਆਏ, ਨਾ ਕੋਈ ਢੋਲ ਖੜਕਦਾ ਵੇਖਿਆ, ਨਾ ਕੋਈ ਵਾਜਾ ਵੱਜਦਾ ਵੇਖਿਆ, ਕੋਈ ਵੀ ਜੋੜ ਮੇਲਾ ਨਹੀਂ ਵੇਖਿਆ। ਇੱਕਦਮ ਹੌਕਾ ਹੀ ਲੈ ਗਿਆ ਅਤੇ ਉਸੇ ਵਕਤ ਹੀ ਉਹ ਚੜ੍ਹਾਈ ਕਰ ਗਿਆ। ਮੁੜ ਕੇ ਲੋਕ ਆਏ, ਮਾਰੇ ਕਹਿੰਦੇ ਆ ਦੇਖ ਲਓ, ਸੰਤ ਵਡਿਆਈ ਦੀ ਖੁਰਾਕ ਖਾਂਦਾ ਸੀਗਾ, ਇਹਨੂੰ ਵਡਿਆਈ ਦੀ ਖੁਰਾਕ ਨਹੀਂ ਮਿਲੀ ਅਤੇ ਚੜ੍ਹਾਈ ਕਰ ਗਿਆ। ਇਸ ਵਾਸਤੇ ਵਡਿਆਈ ਦੀ ਬਹੁਤ ਵੱਡੀ ਖੁਰਾਕ ਹੁੰਦੀ ਹੈ। ਉਹ ਜਿਹੜਾ ਵਿਸ਼ਵਾਮਿੱਤਰ ਸੀਗਾ, ਉਹਨੇ ਲਾਲਚ ਬਸ ਸੂਰ ਬਣ ਕੇ, ਪਸ਼ੂ ਬਣ ਕੇ ਅਤੇ ਬਾਗ ਪੁੱਟਣਾ ਸ਼ੁਰੂ ਕਰ ਦਿੱਤਾ। ਅਤੇ ਫਿਰ ਅਸਲੀ ਰੂਪ ਦੇ ਵਿੱਚ ਆ ਗਿਆ ਅਤੇ ਇਹਦੇ ਸਾਹਮਣੇ ਆਇਆ। ਇਹਨੇ ਮੱਥਾ ਟੇਕਿਆ, ਨਮਸਕਾਰ ਕੀਤੀ, ਘੋੜੇ ਤੋਂ ਉਤਰਿਆ। ਇਹਦਾ ਰੋਟੀ ਦਾ ਟਾਈਮ ਹੋਇਆ ਸੀ ਅਤੇ ਇਹ ਸੋਚੀ ਪੈ ਗਿਆ ਕਿ ਮੈਂ ਸਵਾ ਮਨ ਸੋਨਾ ਦਾਨ ਕਰਕੇ ਫਿਰ ਰੋਟੀ ਛਕਦਾ। ਬਾਕੀ ਘੋੜਾ ਭਜਾਉਣ ਦੇ ਨਾਲ ਸ਼ਿਕਾਰ ਦੀ ਭਾਲ ਦੇ ਵਿੱਚ ਕਾਫੀ ਦੂਰ ਆ ਗਿਆ। ਪਿਆਸ ਨੇ ਬੜਾ ਤੰਗ ਕੀਤਾ। ਰੋਟੀ ਤੋਂ ਬਗੈਰ ਤਾਂ ਘੜੀ ਘੰਟਾ ਕੱਟਿਆ ਜਾ ਸਕਦਾ, ਪਰ ਪਾਣੀ ਤੋਂ ਬਗੈਰ ਕੱਟਣਾ ਔਖਾ। ਲਾਗੇ ਨਦੀ ਵਹਿ ਰਹੀ ਸੀ। ਸੋਚਿਆ ਪਾਣੀ ਨਾ ਪੀਤਾ ਚੜ੍ਹਾਈ ਕਰ ਜਾਊਂਗਾ, ਪਰ ਮੇਰਾ ਪ੍ਰਣ ਟੁੱਟੇਗਾ ਜੋ ਮੈਂ ਦਾਨ ਕਰਕੇ ਰੋਟੀ ਪਾਣੀ ਖਾਂਦਾ। ਇਹਨੇ ਛਲ ਦੇ ਨਾਲ ਵਿਸ਼ਵਾਮਿੱਤਰ ਨੇ ਆਖਿਆ ਕਿ ਹੇ ਰਾਜਨ, ਤੂੰ ਇਉਂ ਕਰ, ਪਾਣੀ ਹੁਣ ਪੀ ਲਾ ਅਤੇ ਦਾਨ ਦਾ ਸੰਕਲਪ ਕਰ ਦੇ। ਦਾਨ ਭਾਵੇਂ ਮਹਿਲਾਂ ਵਿੱਚ ਜਾ ਕੇ ਦੇ ਦੇਈਂ। ਉਹ ਕਹਿਣ ਲੱਗਾ ਇੰਝ ਕਿਵੇਂ ਹੋ ਸਕਦਾ? ਕਹਿੰਦਾ ਹੋ ਸਕਦਾ ਹੈ, ਤੂੰ ਸੰਕਲਪ ਕਰ ਦੇ। ਉਹਨੇ ਚੁਲੀ ਭਰ ਕੇ ਪਾਣੀ ਦੀ ਅਤੇ ਸੰਕਲਪ ਕਰ ਦਿੱਤਾ ਕਿ ਮੈਂ ਸਵਾ ਮਣ ਸੋਨਾ ਵਿਸ਼ਵਾਮਿੱਤਰ ਨੂੰ ਦਾਨ ਕਰਾਂਗਾ। ਕਹਿੰਦਾ ਹੁਣ ਤੂੰ ਪਾਣੀ ਪੀ ਸਕਦਾ। ਜਦ ਮਹਿਲਾਂ ਵਿੱਚ ਆਏ, ਇਹਨੇ ਆਪਦੇ ਸ਼ਕਤੀ ਦੇ ਨਾਲ ਉਹਦਾ ਸਾਰਾ ਖਜ਼ਾਨਾ ਭਸਮ ਕਰ ਦਿੱਤਾ। ਇਹ ਫਿਰ ਕਹਿਣ ਲੱਗਾ ਤੂੰ ਆਪਣਾ ਸੰਕਲਪ ਕੀਤਾ ਹੈ, ਸੰਕਲਪ ਪੂਰਾ ਕਰ। ਕਹਿਣ ਲੱਗਾ ਮੇਰੇ ਕੋਲ ਤਾਂ ਹੁਣ ਕੁਛ ਵੀ ਨਹੀਂ ਹੈ, ਮੇਰਾ ਸਰੀਰ ਹੀ ਹੈ। ਕਹਿੰਦਾ ਮੈਨੂੰ ਸਰੀਰ ਦੇ ਦੇ। ਇਹਨੇ ਆਪ ਦਾ ਸਰੀਰ ਭੇਟਾ ਕਰ ਦਿੱਤਾ। ਜਦ ਉਹਨੂੰ ਵਿਸ਼ਵਾਮਿੱਤਰ ਲੈ ਕੇ ਤੁਰਨ ਲੱਗਾ, ਘਰ ਵਾਲੀ ਅਤੇ ਬੱਚਾ ਰੋਂਦਾ ਰੋਂਦਾ ਉਹ ਵੀ ਨਾਲ ਆ ਗਿਆ। ਕਹਿੰਦੇ ਸਾਡਾ ਵੀ ਧਰਮ ਹੈ, ਅਸੀਂ ਤੁਹਾਡੇ ਤੋਂ ਬਗੈਰ ਇਕੱਲੇ ਨਹੀਂ ਰਹਾਂਗੇ।
ਤਿੰਨਾਂ ਨੂੰ ਕਾਸ਼ੀ ਦੀ ਆਦਮ ਫਰੋਸ਼ ਮੰਡੀ ਵਿੱਚ ਵੇਚ ਦਿੱਤਾ। ਅਤੇ ਬਾਅਦ ਦੇ ਵਿੱਚ ਇਹਨੂੰ ਮੜੀਆਂ ਦਾ ਪਹਿਰੇਦਾਰ ਬਣਾਇਆ। ਘਰਵਾਲੀ ਨੂੰ ਕੋਈ ਮਾਲੀ ਖਰੀਦ ਕੇ ਲੈ ਗਿਆ, ਇਹਨੂੰ ਮੜੀਆਂ ਵਾਲਾ ਠੇਕੇਦਾਰ ਖਰੀਦ ਕੇ ਲੈ ਗਿਆ। ਉਹ ਫੁੱਲ ਤੋੜਦਿਆਂ ਮੁੰਡੇ ਨੂੰ ਸੱਪ ਲੜਿਆ, ਉਹ ਸੰਸਕਾਰ ਕਰਨ ਆਈ, ਉਹ ਕਰਨ ਨਾ ਦੇਵੇ। ਜਿਹੜਾ ਪੈਸਾ ਧੇਲਾ ਰੱਖਿਆ ਸੀ ਆਨਾ ਟਕਾ, ਉਹ ਕਹੇ ਮੈਨੂੰ ਪੈਸੇ ਦੇ, ਮੇਰੇ ਮਾਲਕ ਦਾ ਹੁਕਮ ਹੈ। ਉਹ ਕਹੇ ਮੇਰੇ ਕੋਲ ਪੈਸੇ ਨਹੀਂ ਹੈਗੇ। ਮੁੰਡਾ ਉਹਦਾ ਆਪਣਾ ਹੀ ਇਹਨਾਂ ਧਰਮ ਕਮਾਇਆ, ਸਤਿਪਰਦਗੀ ਹੋਇਆ। ਇਉਂ ਸਾਧ ਸੰਗਤ ਜੀ ਉਹ ਬਹੁਤ ਦੁਖੀ ਹੋਣਾ ਪਿਆ। ਆਖਰ ਭਾਵੇਂ ਤਿੰਨਾਂ ਨੂੰ ਮਹਾਰਾਜ ਨੇ ਸਵਰਗਾਂ ਨੂੰ ਤੋਰਿਆ, ਅਤੇ ਪਰ ਦਾਨ ਕਰਨ ਦੀ ਇਹਨਾਂ ਨੂੰ ਮੁਸ਼ਕਿਲ ਤਾਂ ਬੜੀ ਆਈ। ਸੁੱਖ ਤਾਂ ਨਹੀਂ ਬਹੁਤਾ ਮਿਲਿਆ, ਅੰਤ ਨੂੰ ਤਾਂ ਭਾਵੇਂ ਸੋ ਇਹਨਾਂ ਨੂੰ ਸਵਰਗ ਵਿੱਚ ਨਿਵਾਸ ਕਰਾਇਆ। ਇਸ ਵਾਸਤੇ ਜਿਹੜੇ ਕਰਮ ਧਰਮ ਹਨ ਇਹ ਮਨ ਨੂੰ ਸ਼ਾਂਤੀ ਨਹੀਂ ਦੇ ਸਕਦੇ, ਮਨ ਨੂੰ ਸੁੱਖ ਨਹੀਂ ਦੇ ਸਕਦੇ। ਮਨ ਦਾ ਸੁੱਖ ਤਾਂ ਬੜੀ ਦੂਰ ਦੀ ਬਾਤ ਹੈ। ਦੁਨਿਆਵੀ ਸੁੱਖ ਤੋਂ ਵੀ ਹਰੀ ਚੰਦ ਰਾਜੇ ਨੂੰ ਦੇਖੋ ਵਾਂਝਾ ਕਰ ਦਿੱਤਾ। ਇਸ ਲਈ ਜਿਹੜਾ ਮਨ ਵਿੱਚ ਸੋਚਦੇ ਰਹਿਣਾ ਹੈ ਕਿ ਮੈਂ ਦਾਨ ਦੇਣਾ ਹੈ, ਦਾਨ ਦੇਣਾ ਹੈ, ਫਲਾਣੀ ਜਗ੍ਹਾ ਜਾ ਕੇ ਮੈਂ ਆਹ ਕਰਾਂਗਾ, ਉਹ ਕਰਾਂਗਾ, ਉਹ ਸੰਕਲਪ ਵਿਕਲਪ ਤਾਂ ਹੋ ਗਏ, ਮਨ ਦਾ ਫੁਰਨਾ ਤਾਂ ਨਹੀਂ ਮਿਟਿਆ। ਜਿਹੜੇ ਗੁਰਮੁਖ ਨੇ, ਗੁਰਸਿੱਖ ਨੇ, ਉਹ ਹਮੇਸ਼ਾ ਨਾਮ ਬਾਣੀ ਵਿੱਚ ਚਿੱਤ ਜੋੜਦੇ ਨੇ, ਕਦੀ ਫੁਰਨਾ ਨਹੀਂ ਕਰਦੇ। ਪਰ ਜਦ ਕੋਈ ਲੋੜ ਬਣੇ ਤਾਂ ਪੈਸਾ ਤਾਂ ਕੀ ਆਪਣੇ ਕੋਲ ਰੱਖਣਾ ਜਾਂ ਲੁਕਾ ਕੇ ਰੱਖਣਾ, ਆਪਣਾ ਸਿਰ ਤੱਕ ਗੁਰੂ ਘਰ ਨੂੰ, ਕੌਮ ਨੂੰ, ਦੇਸ਼ ਨੂੰ ਭੇਟਾ ਕਰ ਦਿੰਦੇ ਨੇ। ਅੱਜ ਇਹਨਾਂ ਦੀ ਅਸਥਾਨ ਦੇ ਆ ਬੈਠੇ ਹੋ, ਇਹਨਾਂ ਤੋਂ ਵੱਡਾ ਦਾਨੀ ਦੁਨੀਆ 'ਚ ਕੋਈ ਤੁਸੀਂ ਲੱਭ ਸਕਦੇ ਹੋ? ਦੱਸੋ। ਕਿਸੇ ਨੂੰ ਕੋਈ ਰੋਟੀ ਖਵਾ ਸਕਦਾ ਹੈ, ਕੋਈ ਮਕਾਨ ਬਣਾ ਕੇ ਦੇ ਸਕਦਾ ਹੈ, ਅਤੇ ਉਹ ਵੀ ਅੱਜ ਕੱਲ੍ਹ ਨਵੀਂ ਰੀਤੀ ਹੈ, ਜਿਹੜਾ ਵੀ ਕੋਈ ਅਹੁਦੇ 'ਤੇ ਆਉਂਦਾ ਹੈ, ਸਰਕਾਰੀ ਬੰਦਾ ਹੈ ਤਾਂ ਬੰਦਿਆਂ ਵਰਗੇ ਬੰਦੇ ਨੇ, ਦੁਨੀਆ ਦਾ ਹੀ, ਜਨਤਾ ਦਾ ਹੀ ਟੈਕਸ, ਨਾਮ ਲਿਖ ਦੇਣਾ ਆਪਣਾ। ਜਿੰਨੇ ਵੀ ਅਹੁਦੇ 'ਤੇ ਆਉਣਾ, ਰਾਸ਼ਨ ਕਾਰਡ 'ਤੇ ਵੀ ਆਪਣਾ ਨਾਮ। ਜੇ ਕਿਸੇ ਗਰੀਬ ਨੂੰ ਕੋਈ ਮਾੜਾ ਮੋਟਾ ਬਾਥਰੂਮ ਲਾ ਕੇ ਦਿੱਤਾ ਦਰਵਾਜ਼ਾ, ਉੱਥੇ ਵੀ ਆਪਦੀ ਮੋਹਰ ਅਤੇ ਨੀਲਾ ਰੰਗ ਕਰਕੇ ਆਪਦੀ ਫੋਟੋ ਲਾ ਦੇਣੀ। ਐਂਬੂਲੈਂਸਾਂ ਚਲਾਈਆਂ ਹੈ, ਸਭ ਕੁਝ ਖਜ਼ਾਨਾ ਜਨਤਾ ਦਾ, ਨਾ ਆਪਦਾ ਲਿਖ ਦੇਣਾ, ਫੋਟੋ ਆਪਣੀ ਲਾ ਦੇਣੀ। ਆ ਭੈਣਾਂ ਨੂੰ, ਲੜਕੀਆਂ ਨੂੰ, ਸਕੂਲ ਵਾਲੇ ਪੜ੍ਹਨ ਵਾਲੀਆਂ ਵਿਦਿਆਰਥੀਆਂ ਨੂੰ ਸਾਈਕਲ ਦਿੱਤੇ, ਫੋਟੋ ਆਪਣੀ। ਮਾਤਾ ਭਾਗੋ ਦੀ ਫੋਟੋ ਪੈਰਾਂ 'ਚ, ਦੱਸੋ ਕਿੰਨੀ ਕੁ ਸਿਆਣਪ ਹੈ। ਕਣਕ ਵੰਡਦੇ ਉੱਤੇ ਆਪ ਦਾ ਨਾਮ, ਰਾਸ਼ਨ ਕਾਰਡ ਉੱਤੇ ਆਪ ਦਾ। ਬੰਦੇ ਦੀ ਬੇਇੱਜ਼ਤੀ ਹੈ ਪ੍ਰਤੱਖ। ਵੇਖਣ ਵਾਲਾ ਕੀ ਸੋਚਦਾ ਵੀ ਇਹ ਮੰਗਤਾ ਹੈ। 2-2 ਰੁਪਈਆਂ ਪਿੱਛੇ, 2.5 ਰੁਪਈਆਂ ਪਿੱਛੇ ਲੈਣਾਂ ਦੀਆਂ ਲੈਣਾਂ ਲਵਾਉਣੀਆਂ। ਤੋ ਫਲ ਘੱਟ, ਮਿਹਨਤ ਜ਼ਿਆਦਾ, ਅਤੇ ਚੀਜ਼ ਵੀ ਸਭ ਤੋਂ ਨਿਕੰਮੀ। ਅਤੇ ਇਸ ਤਰੀਕੇ ਦੇ ਨਾਲ ਇਹੋ ਜਿਹੇ ਦਾਨ ਪੁੰਨ ਨੂੰ ਕਹਿੰਦੇ ਅੱਗ 'ਚ ਸੁੱਟੋ। ਇਹ ਤਾਂ ਨਿਰੀ ਸ਼ੋਹਰਤ ਹੈ, ਵਡਿਆਈ ਹੈ, ਇਹ ਤੋਂ ਵੱਧ ਹੋਰ ਕੁਛ ਨਹੀਂ ਹੈ। ਆਸਾ ਦੀ ਵਾਰ ਦੇ ਵਿੱਚ ਮਹਾਰਾਜ ਨੇ ਲਿਖਿਆ ਹੈ, ਕਹਿੰਦੇ ਦੇ ਦੇ ਮੰਗੈ ਸਹਿਸਾ ਗੁਣ, ਸੋਭ ਕਰੇ ਸੰਸਾਰ। ਦੇਣ ਵਾਲਾ ਦਾਨ ਤਾਂ ਕਰਦਾ ਹੈ। ਜੇ ਅਸੀਂ 10 ਰੁਪਈਏ ਚੜ੍ਹਾਏ ਨੇ ਅਤੇ ਅਰਦਾਸਾਂ ਕਰਾ ਲਈਆਂ 100, ਆ ਵੀ ਮਿਲੇ, ਉਹ ਵੀ ਮਿਲੇ। ਰੁਪਈਆ ਚੜ੍ਹਾ ਕੇ 10 ਮੰਗ ਲਏ, 10 ਚੜ੍ਹਾ ਕੇ 100 ਮੰਗ ਲਿਆ, ਉਹ ਕਾਹਦਾ ਦਾਨ ਹੋਇਆ? ਜੇ ਮਹਾਰਾਜ ਨੇ ਰਿਟਾਇਰਮੈਂਟ 'ਤੇ ਕੋਈ 4-5 ਲੱਖ ਰੁਪਈਆ ਦੇ ਦਿੱਤਾ, ਅਤੇ ਉਹਦੇ 'ਚੋਂ ਜੇ 10,000 ਗੁਰਦੁਆਰੇ ਨੂੰ ਦੇ ਦਿੱਤਾ, ਅਤੇ ਉੱਤੇ ਦਾਨੀ ਸੱਜਣ ਕਾਹਦਾ ਹੋ ਗਿਆ? ਪੱਥਰ 'ਤੇ ਆਖੇ ਮੇਰਾ ਨਾਮ ਲਿਖੋ ਜੀ। ਦਾਨੀ ਸੱਜਣਾ ਦੀ ਸੋਚੀ। ਫਲਾਣੇ ਨੇ ਆਪਣੇ ਰਿਟਾਇਰਮੈਂਟ ਦੀ ਖੁਸ਼ੀ 10,000 ਦਿੱਤਾ ਜੀ, ਉਹਨੇ ਆ ਕੂਲਰ ਦੀ ਸੇਵਾ ਕਰਾਈ ਜੀ, ਆ ਪੱਖਿਆਂ ਦੇ ਰੰਗ ਲੱਗੇ ਹੁੰਦੇ,
ਆਮ ਗੁਰੂ ਘਰਾਂ ਦੇ ਵਿੱਚ ਤੁਸੀਂ ਜਾਂਦੇ ਹੋ, ਇੱਥੇ ਤਾਂ ਮਹਾਰਾਜ ਦੀ ਕਿਰਪਾ ਹੈ, ਮੱਥਾ ਟੇਕਣ ਜਾਈਦਾ ਗੁਰਦੁਆਰੇ, ਨਾਮ ਹੋਣਾ ਚਾਹੀਦਾ ਵਾਹਿਗੁਰੂ ਦਾ, ਤੇ ਜਿਹੜਾ ਨਾਮ ਹੈ ਉਹ ਮੇਰੇ ਤੇਰੇ ਇੱਕ ਦੂਜੇ ਦਾ, ਬਲਕਿ ਮੈਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ, ਤੁਹਾਨੂੰ ਮੇਰੇ ਨਾਲ ਕੋਈ ਮਤਲਬ ਨਹੀਂ। ਅਗਲਾ ਹੱਥ ਜੋੜ ਕੇ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਰਨ ਵਾਸਤੇ ਖੜਾ ਹੈ, ਤੇ ਉਹ ਨਾਮ ਕਿਸੇ ਹੋਰ ਦੇ ਲਈ ਜਾਣੇ, ਤੇ ਖੜਾ ਖੜੋਤਾ ਬੰਦਾ ਭਾਵੇਂ ਘਬਰਾ ਜਾਏ। ਇਸੇ ਤਰ੍ਹਾਂ ਹਰੇਕ ਜਗ੍ਹਾ 'ਤੇ ਪੱਥਰ 'ਤੇ ਕੀ, ਕੰਧਾਂ ਦੇ ਕੀ, ਚੀਜ਼ਾਂ ਦੇ ਕੀ, ਨਾਮ ਦੇ ਨਾਲ ਸਭ ਰੰਗ ਦੇਣੀਆਂ। ਉਹ ਕਾਹਦਾ ਦਾਨ ਹੈ? ਉਹ ਤਾਂ ਸ਼ੋਭ ਕਰੇ ਸੰਸਾਰ। ਇਹ ਮਨ ਦੀ ਭਾਵਨਾ ਹੈ ਕਿ ਸੰਸਾਰ ਮੇਰੀ ਸ਼ੋਭਾ ਕਰੇ। ਵੀ ਸਾਡੇ ਬੁੱਢੇ ਨੇ ਨਿਸ਼ਾਨ ਸਾਹਿਬ ਲਵਾਇਆ ਸੀ, ਪੋਤਰੇ ਨਿਸ਼ਾਨ ਸਾਹਿਬ ਦੇ ਪੱਥਰ 'ਤੇ ਨਾਮ ਲਿਖਿਆ ਪੜ੍ਹਨ। ਇੰਝ ਦੀ ਦੁਨੀਆ ਹੈ। ਉਹ ਤਾਂ ਬਾਣੀ ਨੂੰ ਵੀ ਨਹੀਂ ਬਖਸ਼ਦੀ, ਗੁਟਕਿਆਂ ਦੇ ਵੀ ਆਪ ਦਾ ਨਾਮ, ਗੁਰੂ ਘਰਾਂ ਦੇ ਗੇਟਾਂ ਦੇ ਉੱਪਰ ਨਾ ਪਤਾ ਲੱਗਦਾ ਵੀ ਇਹ ਬੈਂਕ ਦਾ ਗੇਟ ਹੈ, ਨਾ ਪਤਾ ਲੱਗਦਾ ਵੀ ਇਹ ਗੁਰੂ ਘਰ ਦਾ ਗੇਟ। ਉੱਤੇ ਲਿਖਣਾ ਟੋਇਲਟ, ਥੱਲੇ ਲਿਖ ਦੇਣਾ HDFC ਬੈਂਕ। ਇਉਂ ਜਾਪਦਾ ਵੀ ਇੱਥੇ ATM ਹੈ, ਪਤਾ ਨਹੀਂ ਉਹ ਬੈਂਕ ਹੀ ਖੁੱਲ੍ਹ ਗਈ। ਤੋ ਕਥਾ ਕੀਰਤਨ ਗੁਰਬਾਣੀ ਦਾ ਬਹਾਨਾ ਲਾ ਕੇ ਨਾਮ ਆਪਣਾ ਹੀ ਚਲਾਈ ਜਾਣਾ, ਮੈਨੂੰ ਤਾਂ ਨਹੀਂ ਚੰਗਾ ਲੱਗਦਾ। ਸਿੱਧੀ ਜੀ ਗੱਲ ਹੈ। ਸਾਡੇ ਗੁਰੂਆਂ ਨੇ ਬਾਣੀ ਤੋਂ ਇਲਾਵਾ ਕੁਛ ਵੀ ਨਹੀਂ ਗੁਰੂ ਘਰ ਦੇ ਵਿੱਚ ਰੱਖਿਆ। ਸਾਹਿਬਜ਼ਾਦਿਆਂ ਦੇ ਨਾਮ, ਮਹਾਰਾਜ ਦੇ ਮਹਿਲਾਂ ਦੇ ਨਾਮ, ਗੁਰੂ ਸਾਹਿਬ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਮ, ਖੁਦ ਮਹਾਰਾਜ ਦੇ ਆਪ ਦੇ ਨਾਮ ਵੀ ਤੁਸੀਂ ਗੁਰਬਾਣੀ ਵਿੱਚੋਂ ਢੂੰਡ ਨਹੀਂ ਸਕਦੇ, ਲੱਭ ਨਹੀਂ ਸਕਦੇ। ਜੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੰਨਾ ਉੱਚਾ ਅਤੇ ਸੁੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕਰਕੇ ਆਪ ਦਾ ਨਾਮ ਨਹੀਂ ਲਿਖਿਆ, ਜਿਹੜਾ ਇਹਨੂੰ ਲਿਖਣ ਵਾਲਾ ਭਾਈ ਗੁਰਦਾਸ ਦਾ ਨਾਂ ਨਹੀਂ ਲਿਖਿਆ, ਤੁਸੀਂ ਦੱਸੋ। ਜੇ ਤੁਹਾਨੂੰ ਇੱਥੇ ਮਹਾਰਾਜ ਪੁੱਛ ਲਏ ਵੀ ਭਲਿਓ ਮਾਨਸੋ, ਤੁਸੀਂ 1000 ਰੁਪਈਆ ਦੇ ਕੇ, 2000 ਦੇ ਕੇ ਕਹਿੰਦੇ ਵੀ ਸਾਡਾ ਨਾਮ ਲਿਖ ਦਿਓ ਬਾਣੀ ਦੇ ਉੱਪਰ, ਕਿੰਨੀ ਕੁ ਚੰਗੀ ਗੱਲ ਹੈ। ਕਿੱਧਰ ਦੀ ਸਿੱਖੀ ਹੈ ਬਈ? ਕੋਈ ਹੈ ਜਵਾਬ? ਬਿਲਕੁਲ ਨਹੀਂ। ਆ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਜਾਓ, ਮੱਥਾ ਮਾਰੇ ਨੂੰ ਟੇਕਣ ਜਾਈਦਾ, ਜਲ ਸਰੋਵਰ ਦਾ ਲੈਣ ਜਾਈਦਾ, ਤੇ ਬੜਾ ਵੱਡਾ ਸਾਰਾ ਬੋਰਡ, ਪਤਾ ਨਹੀਂ ਸਕੂਲ ਹੈ ਕਿ ਹੌਸਪੀਟਲ ਹੈ, ਰੱਬ ਜਾਣੇ। ਮੈਨੂੰ ਤਾਂ ਇੰਨਾ ਬੁਰਾ ਲੱਗਦਾ। ਉਹਦਾ ਹੀ ਦਰਸ਼ਨ ਹੁੰਦਾ ਹੈ। ਆ ਚਤਰ ਸਿੰਘ ਜੀਵਨ ਸਿੰਘ, ਇਹਨੇ ਬੋਰਡ ਲਾ ਦਿੱਤਾ ਸੀ ਦਰਬਾਰ ਸਾਹਿਬ ਵੱਲ ਕਰਕੇ, ਤੇ ਪ੍ਰਬੰਧਕਾਂ ਨੇ ਇਤਰਾਜ਼ ਕਰਕੇ ਸੰਗਤਾਂ ਨੇ ਇਤਰਾਜ਼ ਕਰਕੇ ਪ੍ਰਬੰਧਕਾਂ ਨੂੰ ਆਖਿਆ ਤੇ ਉਹਨਾਂ ਲਵਾਇਆ। ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਸਤਰੀ ਨੇ ਆਖਿਆ, ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜਾ ਗੁਰਦੁਆਰੇ ਦੀ ਬਿਲਡਿੰਗ ਹੈ ਤੇ ਗੁੰਮਟ ਹੈ, ਇਹ ਆਪਾਂ ਬਹੁਤ ਜ਼ਿਆਦਾ ਉੱਚਾ ਕਰੀਏ, ਸਾਰਿਆਂ ਤੋਂ ਉੱਚਾ ਦਿਸੇ। ਮਹਾਰਾਜ ਨੇ ਲਿਖਿਆ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਤਿਗੁਰੂ ਅਰਜਨ ਦੇਵ ਕਹਿੰਦੇ ਨਹੀਂ ਬਈ, ਮਹਾਰਾਜ ਦੀ ਸੋਚ ਵੇਖੋ। ਪਾਤਸ਼ਾਹ ਕਹਿੰਦੇ ਗੁਰਦੁਆਰਾ ਨੀਵਾਂ ਹੋਣਾ ਚਾਹੀਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਤੁਸੀਂ ਦੇਖਦੇ ਹੋ 15-20 ਪੌੜੀਆਂ ਹੇਠਾਂ ਨੂੰ ਜਾਈਦਾ, ਸ਼ਹਿਰ ਉੱਚਾ ਹੈ, ਤੋ ਪਤਾ ਨਹੀਂ ਉਦੋਂ ਦਾ ਬਰਾਬਰ ਹੋਊਗਾ, ਪਰਿਕਰਮਾ ਵੀ ਨੀਵੀਆਂ। ਤੇ ਜਦੋਂ ਮਹਾਰਾਜ ਨੇ ਬਣਾਇਆ, ਛੋਟੀ ਜਿਹੀ ਬਿਲਡਿੰਗ ਹੈ, ਵੇਖੋ ਮਸਾਂ ਹੀ 10-12 ਫੁੱਟ ਹੋਊਗੀ, ਤੇ ਛੋਟੀ ਜਿਹੀ ਉੱਤੇ ਦੂਸਰੀ ਮੰਜ਼ਿਲ, ਨਿੱਕੀ ਜਿਹੀ ਜਗ੍ਹਾ। ਤੇ ਜਦ ਗੁੰਮਟ ਬਣਾਇਆ, ਉਸ ਤਰ੍ਹਾਂ ਦਾ ਗੁੰਮਟ ਪੂਰੀ ਦੁਨੀਆ 'ਚ ਕਿਤੇ ਵੀ ਤੁਸੀਂ ਘੁੰਮ ਕੇ ਵੇਖ ਲਓ, ਕੋਈ ਮਿਸਤਰੀ ਨਹੀਂ ਬਣਾ ਸਕਦਾ। ਅੱਜ ਕੱਲ੍ਹ ਕੋਈ ਇੰਨੀ ਕਲਾਕਾਰੀ ਨਹੀਂ। ਜਿਸ ਤਰ੍ਹਾਂ ਦਾ ਦਰਬਾਰ ਸਾਹਿਬ ਦਾ ਗੁੰਮਟ ਹੈ, ਉਸ ਤਰ੍ਹਾਂ ਦਾ ਕਿਤੇ ਤੁਸੀਂ ਵੇਖੋਗੇ ਨਹੀਂ। ਉਹ ਪਤਾ ਨਹੀਂ ਕਿਸ ਤਰੀਕੇ ਦਾ ਬਣਿਆ ਹੋਇਆ ਹੈ। ਗੁੰਮਟ ਤਾਂ ਉੱਚਾ ਹੁੰਦਾ, ਸਮਝ ਲਓ ਵੀ ਉੱਚਾ ਕਰਕੇ ਤੇ ਤਾਜ਼ੇ ਨੂੰ ਉੱਪਰੋਂ ਹੱਥ ਰੱਖ ਕੇ ਉਹਨੂੰ ਠਾਂ ਕਰ ਦਿੱਤਾ, ਜਿਸ ਤਰ੍ਹਾਂ ਦੱਬਿਆ ਹੋਇਆ ਹੈ।
ਹੈ ਬੜਾ ਸੋਹਣਾ ਲੱਗਦਾ। ਦੱਬਿਆ ਹੋਇਆ ਜਾਪਦਾ ਵੀ ਹੇਠਾਂ ਨਿਮਰਤਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਪਰ ਕਰਮਾਂ ਦੇ ਆਲੇ ਦੁਆਲੇ ਵੱਡੀਆਂ ਵੱਡੀਆਂ ਬਿਲਡਿੰਗਾਂ ਤੁਸੀਂ ਦੇਖੋਗੇ, ਬੜੇ ਬੜੇ ਸੋਹਣੇ ਪੇਂਟ ਕੀਤੇ ਹੁੰਦੇ, ਲੋਕਾਂ ਦਰਬਾਰ ਸਾਹਿਬ ਨੂੰ ਮੂੰਹ ਕਰਕੇ ਆਪਣਾ ਵਿਖਾਇਆ, ਪਰ ਮਹਾਰਾਜ ਦੀ ਬਿਲਡਿੰਗ ਬਿਲਕੁਲ ਨੀਵੀਂ। ਤੇ ਇਸ ਵਾਸਤੇ ਮੈਂ ਬੇਨਤੀ ਕਰ ਰਿਹਾ ਸੀ ਵੀ ਜਿਹੜਾ ਦਾਨ ਪੁੰਨ ਜਾਂ ਕਰਮ ਧਰਮ ਕਰਨਾ ਹੈ, ਕੇਵਲ ਆਪਦੀ ਵਡਿਆਈ ਖਾਤਰ, ਆਪਦੀ ਸ਼ੋਭਾ ਖਾਤਰ, ਇਹਦਾ ਕੋਈ ਮਤਲਬ, ਕੋਈ ਇਹਦਾ ਫਲ ਨਹੀਂ ਹੈ। ਜੇ ਕੋਈ ਮਾੜਾ ਮੋਟਾ ਹੈ, ਮਿਹਨਤ ਜ਼ਿਆਦਾ ਹੈ, ਫਲ ਘੱਟ ਹੈ, ਉਹ ਰਸਤੇ ਵਿੱਚ ਹੀ ਕਹਿੰਦੇ ਯਮਦੂਤ ਲੁੱਟ ਲੈਂਦੇ ਨੇ। ਇਸ ਲਈ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਕਲਯੁਗ ਮਹਿ ਕੀਰਤਨ ਪ੍ਰਧਾਨ, ਗੁਰਮੁਖ ਜਪੀਆ ਲਾਏ ਧਿਆਨ, ਆਪ ਧਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਾਸਿਓਂ ਜਾਏਂਦਾ। ਦਰਬਾਰ ਸਾਹਿਬ ਦੇ ਅੰਦਰ 4 ਛਬੀਲਾਂ ਦੇ ਪਾਣੀ ਤਾਂ ਪਿਲਾਇਆ ਜਾਂਦਾ, ਪਰ ਕੋਈ ਦਾਨ ਸਮਝ ਕੇ ਨਹੀਂ। ਸੰਗਤਾਂ ਦੀ ਲੋੜ ਹੈ, ਕਿਸੇ ਨੂੰ ਪਿਆਸ ਲੱਗੀ ਹੈ, ਉਹਨੂੰ ਪਾਣੀ ਪਿਆਉਣਾ ਚੰਗੀ ਗੱਲ ਹੈ ਇਨਸਾਨੀਅਤ ਦੇ ਨਾਤੇ। ਕੋਈ ਪ੍ਰਾਹੁਣਾ ਆਏ, ਸਭ ਤੋਂ ਪਹਿਲਾਂ ਜਲ ਛਕਾਈਦਾ। ਜੇ ਕਿਸੇ ਨੂੰ ਰੋਟੀ ਖਵਾਈ ਦੀ ਹੈ, ਅੱਜ ਹੁਣ ਆਖਰੀ ਸਰਾਧ, ਇਹ ਭਾਵਨਾ ਦੇ ਨਾਲ ਨਹੀਂ ਵੀ ਸਾਡੇ ਮਰੇ ਹੋਏ ਬਜ਼ੁਰਗਾਂ ਨੂੰ ਪ੍ਰਾਪਤ ਹੋਵੇ ਜਾਂ ਅਸੀਂ ਦਾਨ ਕਰ ਰਹੇ ਹਾਂ, ਐਸੀ ਭਾਵਨਾ ਨਹੀਂ। ਸੋ ਗੁਰੂ ਘਰ ਭੇਟਾ ਕਰਨ ਤੋਂ ਸਾਡਾ ਅੰਨਦਾਣਾ ਸਫਲ ਹੁੰਦਾ ਹੈ। ਸਾਡਾ ਇਹ ਫਰਜ਼ ਬਣਦਾ ਹੈ ਕਿ ਮਹਾਰਾਜ ਨੇ ਸਾਨੂੰ ਦਿੱਤਾ ਹੈ, ਜਾਂ ਸਾਡੇ ਬਜ਼ੁਰਗ ਸਾਡੇ ਲਈ ਕਿੰਨੀ ਪ੍ਰਾਪਰਟੀ ਵੇਖੋ ਬਣਾ ਕੇ ਗਏ, ਉਹਨਾਂ ਦੀ ਯਾਦ ਦੇ ਵਿੱਚ ਆਪਾਂ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਕਰ ਰਹੇ ਹਾਂ, ਇਹਦਾ ਕੋਈ ਹਰਜ ਨਹੀਂ ਹੈ। ਪਰ ਜੇ ਤੁਸੀਂ ਕਹੋ ਵੀ ਸ਼ਰਾਧ ਬੰਦਾ ਖਾਵੇ, ਪੰਡਤ ਖਾਵੇ ਤੇ ਮਿਲੇ ਸਾਡੇ ਬਜ਼ੁਰਗਾਂ ਨੂੰ, ਇਹ ਗੱਲ ਤਾਂ ਝੂਠੀ ਹੈ। ਤੇ ਇਸ ਵਾਸਤੇ ਸਾਡਾ ਫਰਜ਼ ਜੋ ਹੈ ਉਹ ਆਪਾਂ ਪੂਰਾ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ, ਜਿੰਨੇ ਵੀ ਕਰਮ ਨੇ ਤੇ ਧਰਮ ਨੇ, ਇਹ ਸਭ ਪਖੰਡ ਦਿਖਾਵੇ ਦੇ ਨੇ। ਜਿੰਨੇ ਵੀ ਦੇਖਦੇ ਸਭ ਮਸੂਲੀਏ, ਟੈਕਸ ਲੈਣ ਵਾਲੇ ਜਿਹੜੇ ਯਮਦੂਤ ਨੇ, ਉਹ ਰਸਤੇ 'ਚ ਲੁੱਟ ਕੇ ਖਾਲੀ ਹੱਥ ਅੱਗੇ ਭੇਜਦੇ ਹਨ। ਇਹਨਾਂ ਦਾ ਬਹੁਤਾ ਫਲ ਨਹੀਂ ਹੈ। ਇੱਕ ਨੌਖ ਰਾਜਾ ਹੋਇਆ, ਇੱਕ ਜੁਜਾਤੀ ਰਾਜਾ ਹੋਇਆ। ਦੋਨਾਂ ਦੀਆਂ ਸਾਖੀਆਂ ਸ੍ਰੀ ਦਸਮ ਗ੍ਰੰਥ 'ਚ ਕਲਗੀਧਰ ਮਹਾਰਾਜ ਨੇ ਲਿਖੀਆਂ ਤੇ ਮੈਂ ਪੜ੍ਹੀਆਂ ਨੇ। ਉਹਨਾਂ ਤੀਰ ਦੇ ਫਾਸਲੇ ਤੇ ਅਸਮੇਤ ਜੱਗ ਕੀਤਾ ਤੇ ਸਵਰਗ ਦੇ ਰਾਜਾ ਇੰਦਰ ਦੀ ਪਦਵੀ ਨੂੰ ਪ੍ਰਾਪਤ ਵੀ ਹੋ ਗਏ, ਪਰ ਮਨ ਦੇ ਵਿੱਚ ਹੰਕਾਰ ਹੋਣ ਦੇ ਨਾਲ ਉਹਨਾਂ ਨੂੰ ਦੁਬਾਰਾ ਤੋਂ ਇਸ ਧਰਤੀ ਤੇ ਸੁੱਟਿਆ ਗਿਆ। ਨੌਖ ਰਾਜੇ ਨੂੰ ਵੀ ਉਹਦੇ ਮਨ 'ਚ ਵਿਕਾਰਾਂ ਦੀ ਇੱਛਾ ਹੋਈ ਤੇ ਉਹਨੇ ਜੜ ਭਰਤ ਜਿਹੜਾ ਰਿਖੀ ਸੀ ਉਹਦੇ ਲੱਤ ਮਾਰੀ ਤੇ ਸਾਧ ਸੰਗਤ ਜੀ ਉਹ ਕਿਹਾ ਸਰਪ ਸਰਪ। ਉਹ ਕਹਿੰਦਾ ਤੇਰੀ ਆਖੀ ਮੈਂ ਕਿਉਂ ਸੱਪ ਬਣਾ, ਤੂੰ ਹੀ ਸੱਪ ਬਣ। ਉਸੇ ਵਕਤ ਹੀ ਉਹਦੇ ਪੁੰਨ ਖਤਮ ਹੋ ਗਏ। ਅਸਮੇਤ ਜੱਗਾਂ ਦਾ ਫਲ ਮਿੱਟੀ 'ਚ ਮਿਲ ਗਿਆ। 1 ਮਿੰਟ ਤੋਂ ਪਹਿਲਾਂ ਸੱਪ ਬਣ ਗਿਆ ਤੇ ਨੀਮ ਖਾਰ ਤੀਰ ਤੇ ਡਿੱਗ ਪਿਆ। ਜਾਤੀ ਰਾਜੇ ਨੂੰ ਵੀ ਹੰਕਾਰ ਹੋ ਗਿਆ। ਮੁੜ ਕੇ ਉਹਦੀ ਦੋਤਰਿਆਂ ਨੇ ਕਿਹਾ ਹੁਣ ਸਾਡੇ ਕੋਲ ਫਲ ਲੈ ਕੇ ਤੂੰ ਸਵਰਗ ਨੂੰ ਚੜ੍ਹ ਜਾ। ਕਹਿੰਦਾ ਨਹੀਂ, ਜੋ ਹੋ ਗਿਆ ਸੋ ਹੋ ਗਿਆ। ਇੰਨਾ ਵੱਡਾ ਫਲ ਵੀ ਵੇਖੋ ਖਤਮ ਹੋ ਜਾਂਦਾ। ਉਹਨਾਂ ਦਾ ਫਲ ਹੈ ਸਵਰਗ ਦੀ ਪ੍ਰਾਪਤੀ। ਜਦ ਸਵਰਗ ਦੇ ਵਿੱਚ ਬੰਦਾ ਜਾਂਦਾ, ਉਹਨੂੰ ਦੇਵਤਾ ਬਣਾਇਆ ਜਾਂਦਾ। ਜਿੰਨੇ ਉਹਦੇ ਪੁੰਨ ਹੋਣ, ਉਹਦੇ ਫਲ ਦੇ ਹਿਸਾਬ ਨਾਲ ਉਹਨੂੰ ਉਨੇ ਸਾਲ ਸਵਰਗਾਂ ਦੇ ਵਿੱਚ ਰਹਿਣ ਦੀ ਜਗ੍ਹਾ ਦਿੱਤੀ ਜਾਂਦੀ ਹੈ। ਜਾਂਦਿਆਂ ਸਾਰ ਉਹਦੇ ਗਲ ਵਿੱਚ ਇੱਕ ਮਾਲਾ ਪਾਈ ਜਾਂਦੀ ਹੈ। ਬੰਦਿਆਂ ਦੇ ਸਾਲਾਂ ਨਾਲੋਂ ਦੇਵਤਿਆਂ ਦੇ ਸਾਲ ਵੱਡੇ ਹੁੰਦੇ ਨੇ। ਜਦ ਇੱਕ ਸਵਰਗ ਦਾ ਸਾਲ ਬਤੀਤ ਹੁੰਦਾ, ਇੱਕ ਫੁੱਲ ਸੁੱਕ ਜਾਂਦਾ। ਉਹ ਫੁੱਲ ਸੁੱਕਦਿਆਂ ਵੱਲ ਵੇਖ ਕੇ ਹੀ ਬੰਦਾ ਘਬਰਾਈ ਜਾਂਦਾ ਵੀ ਜਦ ਸਾਰੇ ਫੁੱਲ ਸੁੱਕ ਗਏ, ਮੁੜ ਕੇ ਮੈਨੂੰ ਇੱਥੋਂ ਧੱਕਾ ਦਿੱਤਾ ਜਾਏਗਾ। ਕਿਸੇ ਅਮੀਰ ਘਰਾਣੇ ਦੇ ਵਿੱਚ ਉੱਤੋਂ ਦੀ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਜਾਂਦਾ। ਫਿਰ ਜੰਮਣ ਮਰਨ ਦਾ ਚੱਕਰ, ਜੰਮਣ ਮਰਨ ਦਾ ਨਹੀਂ ਮਿਟਿਆ। ਯੋਗਾ ਅਭਿਆਸ ਦਾ ਫਲ ਹੈ ਸ਼ਿਵ ਲੋਕ ਦੀ ਪ੍ਰਾਪਤੀ। ਸ਼ਿਵ ਜੀ ਜੋਗੀਆਂ ਦਾ ਗੁਰੂ ਮੰਨਿਆ, ਜਾਂ ਸਮਝ ਲਓ ਬ੍ਰਹਮ ਲੋਕ ਦੀ ਪ੍ਰਾਪਤੀ। ਪੁੰਨਾਂ ਦਾ ਫਲ ਹੈ ਸਵਰਗ ਲੋਕ ਦੀ ਪ੍ਰਾਪਤੀ। ਪਰ ਜਿਹੜੀ ਗੁਰਬਾਣੀ ਪੜ੍ਹਨੀ ਹੈ, ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ, ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਹੈ, ਕਥਾ ਕੀਰਤਨ ਵਿੱਚ ਚਿੱਤ ਜੋੜਨਾ ਹੈ, ਇਹਦਾ ਫਲ ਇਹ ਹੈ ਕਿ ਬਾਣੀ ਧੁਰ ਕੀ ਹੈ,
ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਦ ਮਟਾਈ। ਇਹ ਸੱਚਖੰਡ ਵਿੱਚੋਂ ਆਈ ਹੈ ਜਿਹੜੀ ਆਤਮਾ ਹੈ, ਇਸ ਦੇ ਨਾਲ ਜੁੜਦੀ ਹੈ। ਗੁਰਬਾਣੀ ਦੇ ਖੰਭ ਇਸ ਨੂੰ ਉਡਾ ਕੇ ਸੱਚਖੰਡ ਦੇ ਵਿੱਚ ਧੁਰ ਦਰਗਾਹ ਵਿੱਚ ਲੈ ਜਾਂਦੇ ਨੇ। ਕਲਗੀਧਰ ਮਹਾਰਾਜ ਨੇ ਨਾਰਦ ਮੁਨੀ ਦੇ ਭੇਟਾ ਕੀਤੇ ਖੰਭਾਂ ਨੂੰ, ਜਿਹੜੇ ਅਨਲ ਪੰਛੀ ਦੇ ਸਨ, ਤੀਰਾਂ ਨਾਲ ਲਾ ਕੇ ਚਲਾਇਆ। ਉਹ ਤੀਰ ਛੂਕਦੇ ਹੋਏ ਉੱਪਰ ਨੂੰ ਚੜ੍ਹ ਕੇ ਵਾਪਸ ਨਹੀਂ ਆਏ। ਫਿਰ ਮਾਂ ਨੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਇਸੇ ਤਰ੍ਹਾਂ ਜਿਹੜੇ ਆਪਣੇ ਮਨ ਨੂੰ, ਆਪਣੀ ਆਤਮਾ ਨੂੰ ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਦਾ ਪੰਛੀ ਜਾਣੋ, ਬਾਣੀ ਦੇ ਖੰਭ ਲਾਉਂਦਾ ਹੈ, ਉਹ ਪੰਛੀ ਬਣ ਕੇ ਬਾਣੀ ਦੇ ਬਲ ਦੁਆਰਾ ਸੱਚਖੰਡ ਧੁਰ ਦਰਗਾਹ 'ਚ ਪਹੁੰਚ ਜਾਂਦਾ। ਉਹ ਤਾਂ ਮਰਿਆਂ ਤੋਂ ਬਾਅਦ ਕਿਹਨੇ ਵੇਖਿਆ, ਜਿਉਂਦਿਆਂ ਨੂੰ ਹੀ ਮਹਾਰਾਜ ਦੀ ਬਾਣੀ ਡਾਈ ਫਿਰਦੀ ਹੈ, ਕਦੀ ਕਿਸੇ ਦੇਸ਼ 'ਚ ਕਦੀ ਕਿਸੇ ਦੇਸ਼ ਵਿੱਚ। ਜਿੱਥੇ ਮਰਜ਼ੀ ਚਾਹੋ ਉੱਥੇ ਹੀ ਗੁਰਬਾਣੀ ਲੈ ਜਾਂਦੀ ਹੈ। ਜਿੱਥੇ ਕੋਈ ਵੀ ਨਾ ਵੱਡ ਵਡੇਰਾ ਵੀ ਨਾ ਪਹੁੰਚਿਆ ਹੋਵੇ, ਦੁਨੀਆ ਦੀ ਸੈਰ ਵੀ ਕਰਾਉਂਦੀ ਹੈ, ਪਰ ਲੋਕ ਦਾ ਵੀ ਭਲਾ ਹੈ। ਇਸ ਲਈ ਕਰਮ ਧਰਮ ਕਰਨ ਦੀ ਮਨਾਹੀ ਤਾਂ ਨਹੀਂ ਹੈ, ਪਰ ਫਲ ਦੀ ਇੱਛਾ ਲੈ ਕੇ ਨਹੀਂ। ਆਪਣਾ ਫਰਜ਼ ਜਾਣਗੇ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਤੇਰੋ ਕੀਆ ਤੁਝੇ ਕਿਆ ਰਪੋ, ਨਾਮ ਤੇਰਾ ਤੂੰ ਹੀ ਚਬਰ ਟੋਲਾਰੇ। ਇੱਕ ਫਰਜ਼ ਜਾਣਗੇ ਅਤੇ ਮਹਾਰਾਜ ਦਾ ਦਿੱਤਾ ਜਾਣਗੇ। ਜੇ ਲੋੜ ਤੋਂ ਵੱਧ ਹੈ ਤਾਂ ਕਿਸੇ ਲੋੜਵੰਦ ਨੂੰ, ਕਿਸੇ ਗਰੀਬ ਗੁਰਬੇ ਨੂੰ ਦੇ ਕੇ ਉਹਦੀ ਲੋੜ ਪੂਰੀ ਕਰਨੀ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਮਹਾਰਾਜ ਦੇ ਚਰਨਾਂ 'ਚ ਤਿਲ ਫੁੱਲ ਲਾ ਕੇ ਉਹਦਾ ਧੰਨਵਾਦ ਕਰਨਾ, ਸ਼ੁਕਰ ਗੁਜ਼ਾਰ ਹੋਣਾ। ਕਈ ਨਿੰਦਿਆ ਕਰਦੇ ਨੇ, ਆਪਦੇ ਘਰ ਬਾਰੇ, ਆਪਦੇ ਬੱਚਿਆਂ ਬਾਰੇ ਨਹੀਂ ਸੋਚਦੇ ਕਿ ਉਹ ਪੈਲੀਆਂ ਦੀ ਜਾਂ ਹੋਰਨਾਂ ਦੀ ਕਮਾਈ, ਫੀਮਾਂ ਦੇ ਵਿੱਚ ਚੱਟੇ, ਅੱਜ ਕੱਲ੍ਹ ਸਿੰਥੈਟਿਕ ਨਸ਼ੇ ਚੱਲ ਰਹੇ, 3-3, 4-4, 5-5 ਹਜ਼ਾਰ ਦਾ ਨਿਆਣਿਆਂ ਦਾ ਇੱਕ ਦਿਨ ਦਾ ਖਰਚਾ ਨਸ਼ਿਆਂ ਦੇ ਵਿੱਚ ਰੋੜ ਰਹੇ ਨੇ। ਪਰ ਉਹ ਗੁਰੂ ਘਰ 'ਤੇ ਤਰਕ ਕਰਨਗੇ ਕਿ ਇੱਥੇ ਪੈਸਾ ਸਹੀ ਜਗ੍ਹਾ ਨਹੀਂ ਲੱਗ ਰਿਹਾ, ਇਹ ਪੈਸੇ ਨੂੰ ਬਰਬਾਦ ਕਰ ਰਹੇ ਨੇ, ਨਾ ਪੈਸਾ ਚੜਾਓ ਜੀ। ਇੱਕ ਸਿਰ ਫਿਰੇ ਕੀਰਤਨੀਏ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ 1 ਰੁਪਈਆ ਚੜਾਓ ਬਸ। ਉਹ ਬੰਦਾ ਪੁੱਛੇ, ਭਲਿਆ ਮਾਨਸਾ, ਗੋਲਕ ਤੋਂ ਹੀ ਤਾਂ ਲੰਗਰ ਚੱਲਦਾ, ਕੌਣ ਚਲਾਉਂਦਾ ਦੱਸ? ਸਾਡੇ ਘਰ ਤੋਂ ਥੋੜ੍ਹਾ ਚੱਲਦਾ। ਸੰਗਤਾਂ ਦਾ ਤਿਲ ਫੁੱਲ ਹੀ ਹੈ, ਆਪਾਂ ਕੀ ਦਿੰਦੇ ਹਾਂ? 10 ਰੁਪਈਏ ਮੱਥਾ ਟੇਕ ਕੇ ਰਾਜੀ ਨਹੀਂ। ਕਦੀ ਕਣਕ ਦੀ ਬੋਰੀ ਚੜਾਈ ਹੈ, ਕਦੀ ਦੁੱਧ ਦੀ ਘੁੱਟ ਲੈ ਕੇ ਆਏ ਆ? ਬਿਲਕੁਲ ਨਹੀਂ। ਤੋ ਜਿਹੜੋ ਸੰਗਤ ਤਿਲ ਫੁੱਲ, ਕੋਈ ਲੋੜਵੰਦ ਕਿਸੇ ਦੀ ਅਰਦਾਸ ਪੂਰੀ ਹੋਈ, ਆਪ ਤਾਂ ਆਪਾਂ ਦੇਣਾ ਨਹੀਂ, ਨਾ ਅਸੀਂ ਦੇਣ ਜੋਗੇ ਹਾਂ। ਅਤੇ ਨਿੰਦਿਆ ਜ਼ਰੂਰ ਕਰਨੀ, ਆਪਦੇ ਸਿਰ ਪਹਾੜ ਚੜਾਉਣਾ, ਲੋਕਾਂ ਨੂੰ ਜ਼ਰੂਰ ਰੋਕਣਾ। ਜਿਹਦੀ ਸੰਗਤ ਦੀ ਸ਼ਰਧਾ ਹੈ, ਜਿਹਨੂੰ ਮਹਾਰਾਜ ਨੇ ਦਿੱਤਾ, ਉਹਦਾ ਮਨ ਖੁਸ਼ ਹੋਇਆ ਅਤੇ ਤਾਂ ਉਹ ਭੇਟਾ ਕਰ ਰਿਹਾ। ਆਪਾਂ ਕੀ ਦੇ ਸਕਦੇ ਹਾਂ ਗੁਰੂ ਘਰ ਨੂੰ? ਮਹਾਰਾਜ ਦੀ ਗੋਲਕ ਤੋਂ ਹੀ ਤਾਂ ਵੇਖੋ ਲੱਖਾਂ ਦਾ, 5-5 ਲੱਖ ਦਾ ਤਾਂ ਬਿੱਲ ਹੀ ਹੋਊਗਾ। ਕਿੰਨੇ ਪੱਖੇ ਚੱਲ ਰਹੇ ਨੇ, ਕਿੰਨੀ ਬਿਜਲੀ ਚੱਲ ਰਹੀ ਹੈ, ਕਮਾਈ ਦੱਸੋ ਕੀ ਆ? ਕਿੰਨਾ ਬਿਲਡਿੰਗਾਂ ਦਾ ਖਰਚਾ, ਲੇਬਰ ਦਾ ਖਰਚਾ, ਲੰਗਰ ਦਾ ਖਰਚਾ। ਤੇ ਇਸ ਵਾਸਤੇ ਕਦੀ ਨਹੀਂ ਸੋਚਣਾ ਕਿ ਇੱਥੇ ਗਲਤ ਵਰਤੋਂ ਹੁੰਦੀ ਹੈ, ਪੈਸਾ ਸਹੀ ਜਗ੍ਹਾ ਨਹੀਂ ਲੱਗਦਾ, ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ, ਗਰੀਬਾਂ ਦੇ ਵਿਆਹ ਜਿਸ ਤਰ੍ਹਾਂ ਹੋ ਰਿਹਾ, ਸਭ ਕੁਝ ਮਹਾਰਾਜ ਦੇ ਹੁਕਮ 'ਚ ਹੋ ਰਿਹਾ। ਜਿਸ ਤਰ੍ਹਾਂ ਮਹਾਰਾਜ ਚਾਹੁੰਦਾ ਉਸ ਤਰ੍ਹਾਂ ਹੀ ਸਭ ਵਰਤੋਂ ਹੋ ਰਹੀ ਹੈ। ਜੇ ਹੋਰ ਹੁਕਮ ਮੰਨਦੇ ਹਾਂ ਤਾਂ ਇਹ ਵੀ ਭਾਣਾ ਸਮਝ ਕੇ, ਜੇ ਆਪਾਂ ਦੇਣ ਜੋਗੇ ਨਹੀਂ ਤਾਂ ਤਰਕ ਵੀ ਨਾ ਕਰੀਏ। ਅਤੇ ਵੈਸੇ ਸਾਡੇ ਦਿੱਤੇ ਨਾਲ ਕੋਈ ਪੂਰੀ ਨਹੀਂ ਪੈਣੀ, ਇਹ ਤਾਂ ਆਪਣਾ ਫਰਜ਼ ਹੈ। ਮਹਾਰਾਜ ਦੇ ਚਰਨਾਂ 'ਚ ਰੱਖਾਂਗੇ। ਗੁਰੂ ਸਾਹਿਬ ਸਾਨੂੰ ਜਾਣਦਾ ਹੈ, ਅਰਦਾਸ ਪੂਰੀ ਕਰੇਗਾ, ਤਾਂ ਇਸ ਲਈ ਇਹ ਫਰਜ਼ ਹੈ। ਬਾਕੀ ਮਹਾਰਾਜ ਕਹਿੰਦੇ ਹਨ, ਕਰਮ ਧਰਮ ਪਾਖੰਡ ਜੁਦੀ ਸਾਹ, ਜੋ ਨਿਤ ਨਮਿਤ ਆਦਿਕ ਕਰਮ ਨੇ, ਯੱਗ ਆਦਿਕ ਧਰਮ ਤੇ ਪਖੰਡ ਵਿਖਾਵੇ ਦੇ ਕਰਮ ਦਿਸਦੇ ਨੇ। ਤਨ ਜਮ ਜਾਗਾਤੀ ਲੂਟਾ, ਜਿਨ੍ਹਾਂ ਨੂੰ ਮਸੂਲ ਲੈਣ ਵਾਲਾ ਯਮ ਰਸਤੇ ਵਿੱਚ ਹੀ ਲੁੱਟ ਲੈਂਦਾ ਹੈ। ਭਾਵ ਜਦ ਪਰ ਲੋਕ ਦੇ ਰਸਤੇ 'ਚ ਬਹੁਤ ਦੁੱਖ ਆਉਂਦੇ ਨੇ ਤਾਂ ਉਹਨਾਂ ਬਚਣ ਲਈ ਯਮਦੂਤ ਕੀਤੇ ਹੋਏ ਪੁੰਨਾਂ ਦਾ ਫਲ ਲੈ ਲੈਂਦੇ ਨੇ। ਨਿਰਵਾਨ ਕੀਰਤਨ ਗਾਵਹੁ ਕਰਤੇ ਕਾ, ਇਸ ਕਰਕੇ ਕਰਤੀ ਰਚਨਹਾਰ ਪਰਮੇਸ਼ਰ ਦਾ ਨਿਰੋਲ ਇੱਕ ਰਸ ਕੀਰਤਨ ਜਸ ਗਾਉਣਾ ਕਰੋ, ਜਾਂ ਬੰਦਨਾ
ਤੋਂ ਰਹਿਤ ਜਿਹੜਾ ਹੈ, ਜਾਂ ਨਿਰਵਾਣ ਆਦਤਾਂ ਤੋਂ ਰਹਿਤ। ਜਿਵੇਂ ਕਿਸੇ ਨੂੰ ਅੱਖ ਝਮਕਣ ਦੀ ਆਦਤ ਹੁੰਦੀ ਹੈ, ਕਿਸੇ ਨੂੰ ਗੋਡਾ ਹਿਲਾਉਣ ਦੀ ਆਦਤ ਹੁੰਦੀ ਹੈ, ਇਹੋ ਜਿਹਾ ਪਰਮਾਤਮਾ ਜਿਹਨੂੰ ਕੋਈ ਐਸੀ ਆਦਤ ਨਹੀਂ, ਆਦਤਾਂ ਤੋਂ ਰਹਿਤ, ਬੰਧਨਾਂ ਤੋਂ ਰਹਿਤ ਜੋ ਪਰਮੇਸ਼ਰ ਹੈ, ਉਹਦਾ ਕੀਰਤਨ ਗਾਉਣਾ ਕਰੋ। ਨਿਮਖ ਸਿਮਰਤ ਜਿਤ ਛੂਟਾ, ਜਿਸ ਦੇ ਸਿਮਰਨ ਕਰਨ ਨਾਲ ਉਸ ਦੁੱਖਦਾਇਕ ਰਸਤੇ ਵਿੱਚ ਇੱਕ ਅੱਖ ਖੋਲਣ ਦੇ ਮੀਟਣ ਦੇ ਸਮੇਂ ਅੰਦਰ ਹੀ ਆਤਮਾ ਛੁੱਟ ਜਾਂਦੀ ਹੈ। ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਤੇ ਬਹੁਰ ਨਾ ਆਇਆ। ਭਾਈ ਪੁਰਾਣਾ ਜੀ ਸਤਿਗੁਰੂ ਅਰਜਨ ਦੇਵ ਜੀ ਦੇ ਗੁਰਸਿੱਖ ਸਾਧ ਸੰਗਤ ਜੀਓ, ਉਹਨਾਂ ਦਾ ਇਹ ਨਿਯਮ ਸੀਗਾ। ਮਹਾਰਾਜ ਤਾਂ ਜੋਤੀ ਜੋਤ ਸਮਾ ਗਏ, 6ਵੇਂ ਪਾਤਸ਼ਾਹ ਦੇ ਵੇਲੇ ਦੀ ਸਾਖੀ ਹੈ। ਅੰਮ੍ਰਿਤ ਵੇਲੇ ਕਥਾ ਕੀਰਤਨ ਸੁਣ ਕੇ ਜਲ ਪਾਣੀ ਛਕ ਕੇ ਜੰਗਲ 'ਚ ਜਾ ਕੇ ਬੈਠ ਜਾਂਦੇ। ਸਾਰੀ ਦਿਹਾੜੀ ਭਜਨ ਬੰਦਗੀ ਵਿੱਚ ਹਿੱਤ ਜੋੜ ਕੇ, ਅਤੇ ਸ਼ਾਮਾਂ ਨੂੰ ਜਿਹੜੀਆਂ ਲੱਕੜਾਂ ਥੱਲੇ ਡਿੱਗੀਆਂ ਹੁੰਦੀਆਂ ਜੰਗਲ ਦੇ ਵਿੱਚ, ਉਹਨਾਂ ਨੂੰ ਚੁੱਕ ਕੇ ਅਤੇ ਗੁਰੂ ਕੇ ਲੰਗਰ ਵਿੱਚ ਲਿਆ ਕੇ ਪੰਡ ਭੇਟਾ ਕਰ ਦਿੰਦੇ ਬਾਲਣ ਦੇ। ਇੱਕ ਦਿਨ ਬੈਠੇ ਅਤੇ ਦੁਖੀ ਸ਼ਾਹੂਕਾਰ ਹਾਏ ਹਾਏ ਕਰਦਾ ਉਹਨਾਂ ਦੇ ਕੋਲ ਆ ਕੇ ਡਿੱਗ ਪਿਆ। ਉਹਨੂੰ ਬੁਖਾਰ ਚੜ੍ਹਿਆ ਹੋਇਆ ਸੀ ਅਤੇ ਸਮਾਨ ਉਹਦੇ ਕੋਲ ਜ਼ਿਆਦਾ ਸੀ, ਤੁਰਿਆ ਜਾਂਦਾ ਨਹੀਂ ਸੀ। ਭਾਈ ਪੁਰਾਣਾ ਜੀ ਕਹਿਣ ਲੱਗੇ, ਭਾਈ ਤੈਨੂੰ ਕੀ ਦੁੱਖ ਹੈ? ਕਹਿੰਦਾ ਜੀ ਮੈਨੂੰ ਤਾਪ ਚੜ੍ਹਿਆ ਹੋਇਆ, ਘਰਦਿਆਂ ਦਾ ਸੁਨੇਹਾ ਆ ਗਿਆ, ਮੈਂ ਵਪਾਰ ਕਰਨ ਦੂਰ ਗਿਆ ਹੋਇਆ ਸੀ, ਮੈਥੋਂ ਤੁਰਿਆ ਨਹੀਂ ਜਾਂਦਾ, ਮੈਂ ਘਰ ਜਲਦੀ ਪਹੁੰਚਣਾ ਹੈ ਅਤੇ ਉੱਪਰੋਂ ਸਮਾਨ ਜ਼ਿਆਦਾ ਹੈ। ਜੇ ਮੈਨੂੰ ਕੋਈ ਘਰ ਛੱਡ ਆਏ ਅਤੇ ਉਹਦਾ ਭਲਾ ਹੋਵੇਗਾ। ਜੇ ਆਪ ਜੀ ਕਿਰਪਾ ਕਰੋ ਅਤੇ ਮੇਰਾ ਸਮਾਨ ਚੁੱਕ ਕੇ ਮੈਨੂੰ ਘਰ ਛੱਡ ਆਓ। ਮੇਰੇ ਕੋਲ ਪੈਸੇ ਦੀ ਕੋਈ ਘਾਟ ਨਹੀਂ, ਮੈਂ ਮੂੰਹ ਮੰਗਿਆ ਤੁਹਾਨੂੰ ਮਜ਼ਦੂਰੀ ਦਿਆਂਗਾ। ਭਾਈ ਸਾਹਿਬ ਕਹਿਣ ਲੱਗੇ, ਆਪਾਂ ਗੁਰੂ ਦੇ ਸਿੱਖ ਹਾਂ, ਪੈਸੇ ਨਹੀਂ ਲੈਂਦੇ, ਨਾ ਪੈਸੇ ਦੀ ਲੋੜ ਹੈ, ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕ ਲਈਦਾ ਅਤੇ ਭਜਨ ਬੰਦਗੀ ਕਰਕੇ ਟਾਈਮ ਗੁਜ਼ਾਰੀਦਾ। ਹਾਂ ਤੈਨੂੰ ਛੱਡ ਜ਼ਰੂਰ ਆਉਂਦੇ ਆ, ਪਰ ਪੈਸਾ ਨਹੀਂ ਲਾਂਗੇ। ਜੇ ਤੇਰਾ ਸਮਾਨ ਚੁੱਕ ਲਈਏ ਫਿਰ ਤੂੰ ਆਪਣੇ ਆਪ ਤੁਰਿਆ ਜਾਏਗਾ? ਕਹਿੰਦਾ ਜੀ ਹਾਂ, ਇਕੱਲਾ ਮੈਂ ਤੁਰਿਆ ਜਾਊਂ ਹੌਲੀ ਹੌਲੀ ਸਾਹ ਲੈ ਲੈ ਕੇ। ਕਹਿੰਦੇ ਫਿਰ ਸਾਡੀ ਇੱਕ ਸ਼ਰਤ ਹੈ ਕਿ ਬੋਲਣਾ ਨਹੀਂ, ਜਾਂ ਤਾਂ ਤੂੰ ਪਾਠ ਸੁਣਾਈ ਜਾਂ ਮੇਰੇ ਤੋਂ ਸੁਣੀ। ਕਹਿੰਦਾ ਜੀ ਮੈਨੂੰ ਤਾਂ ਕੁਛ ਆਉਂਦਾ ਨਹੀਂ। ਭਾਈ ਪੁਰਾਣਾ ਜੀ ਕਹਿਣ ਲੱਗੇ, ਫਿਰ ਤੂੰ ਬੋਲਣਾ ਨਹੀਂ ਹੈ, ਮੈਂ ਸੁਣਾਵਾਂਗਾ, ਤੂੰ ਸੁਣੀ ਜਾਈ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਲਿਆ। ਉਹਦੇ ਘਰ ਤੱਕ ਪਾਠ ਸੰਪੂਰਨ ਕਰਕੇ ਫਤਿਹ ਬੁਲਾ ਕੇ ਸਮਾਨ ਰੱਖ ਕੇ ਅਤੇ ਬਿਨਾਂ ਹੀ ਕੁਝ ਖਾਣ ਪੀਣ ਤੋਂ ਵਾਪਸ ਆ ਗਏ। ਉਹਨੇ ਬੜਾ ਜ਼ੋਰ ਲਾਇਆ, ਕੋਈ ਸੇਵਾ ਦੱਸੋ ਜੀ, ਪੈਸਾ ਧੇਲਾ, ਕੋਈ ਲੀੜਾ ਕੱਪੜਾ, ਗੁਰਦੁਆਰੇ ਭੇਟਾ ਕਰ ਦਿਓ। ਕਹਿੰਦੇ ਨਹੀਂ, ਇਹ ਤਾਂ ਫਿਰ ਅਫਜ਼ਾਨਾ ਹੋ ਗਿਆ, ਤੂੰ ਆਪ ਆਈ ਮੱਥਾ ਟੇਕਣ, ਆਪ ਆਪਦੇ ਹੱਥੀਂ ਭੇਟਾ ਕਰੇ। ਨਹੀਂ ਕੁਛ ਲਿਆ। ਕਹਿੰਦੇ ਕੋਈ ਸੇਵਾ ਕੀ ਹੋਈ ਜੀ? ਭਾਈ ਸਾਹਿਬ ਨੇ ਸੋਚਿਆ ਕਿ ਇਹਦਾ ਭਲਾ ਕਰ ਜਾਈਏ, ਜਾਂਦੀ ਬਾਕੀ ਬ੍ਰਹਮ ਗਿਆਨੀ ਸਨ। ਕਹਿੰਦੇ ਆਪ ਦੇ ਪਰਿਵਾਰ ਤੋਂ ਵੱਖਰਾ ਹੋ ਕੇ ਸਾਡੀ ਇੱਕ ਗੱਲ ਧਿਆਨ ਨਾਲ ਸੁਣ ਲਈ। ਤੈਨੂੰ ਜਿਹੜਾ ਤਾਪ ਚੜ੍ਹਿਆ ਹੋਇਆ ਹੈ, ਇਹ ਤਰ੍ਹਾਂ ਠੀਕ ਨਹੀਂ ਹੋਏਗਾ। ਅੱਜ ਤੋਂ 7ਵੇਂ ਦਿਨ ਤੂੰ ਚੜ੍ਹਾਈ ਕਰ ਜਾਏਗਾ, ਉਮਰ ਤੇਰੀ ਇੰਨੀ ਕੀ ਬਾਕੀ ਰਹਿ ਗਈ ਹੈ। ਤੂੰ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ, ਇਸ ਲਈ ਜਮਾਂ ਦੇ ਵੱਸ ਪਏਗਾ। ਯਮਦੂਤ ਤੈਨੂੰ ਧਰਮਰਾਜੇ ਕੋਲ ਪੇਸ਼ ਕਰਕੇ ਨਰਕਾਂ 'ਚ ਸੁੱਟਣਗੇ। ਅਤੇ ਹਾਂ, ਜਿਹੜਾ ਆ ਇੱਕ ਪਾਠ ਤੂੰ ਸੁਣਿਆ ਮੇਰੇ ਕੋਲੋਂ, ਇਹਦੇ ਫਲ ਬਾਰੇ ਉੱਥੇ ਵਿਚਾਰਿਆ ਜਾਵੇਗਾ। ਜੇ ਧਰਮਰਾਜਾ ਤੈਨੂੰ ਪੁੱਛੇ ਕਿ ਤੂੰ ਬਾਣੀ ਦਾ ਪਾਠ ਸੁਣਿਆ ਹੈ, ਇਹਦਾ ਫਲ ਤੂੰ ਪਹਿਲਾਂ ਲੈਣਾ ਕਿ ਪਿੱਛੋਂ ਲੈਣਾ ਹੈ, ਤੈਨੂੰ ਘੜੀ ਘੰਟਾ ਸੰਗਤ ਦੇ ਦਰਸ਼ਨ ਕਰਵਾਏ ਜਾਣਗੇ ਇਸ ਦੇ ਫਲ ਬਦਲੇ। ਅਤੇ ਉੱਥੇ ਕਿਸੇ ਨੂੰ ਯਾਦ ਤਾਂ ਕੋਈ ਗੱਲ ਰਹਿੰਦੀ ਨਹੀਂ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਤੈਨੂੰ ਇਹ ਸਾਡਾ ਬਚਨ ਯਾਦ ਰਹੇਗਾ। ਤੂੰ ਬਸ ਇੰਨਾ ਹੀ ਕਹਿਣਾ ਹੈ ਜੀ, ਬਾਅਦ ਵਿੱਚ ਕਿਹਨੇ ਵੇਖਿਆ ਅਤੇ ਮੈਨੂੰ ਇਹਦਾ ਫਲ ਪਹਿਲਾਂ ਦੇ ਦਿਓ। ਅੱਜ ਤੋਂ ਚੌਥੇ ਦਿਨ ਮੈਂ ਵੀ ਚੜ੍ਹਾਈ ਕਰ ਜਾਣਾ ਹੈ, ਮੈਂ ਉੱਥੇ ਬੈਠਾ ਹੋਊਂਗਾ ਸੰਗਤ ਦੇ ਵਿੱਚ, ਮੈਨੂੰ ਪਹਿਚਾਣ ਲਈ ਅਤੇ ਮੇਰੇ ਪਾਸ ਆ ਕੇ ਬੈਠ ਜਾਈ, ਫਿਰ ਅਸੀਂ ਜਾਣੀਏ ਸਾਡਾ ਕੰਮ ਜਾਣੇ। ਇਸ ਤਰ੍ਹਾਂ ਸਮਝਾ ਕੇ ਉਹ ਵਾਪਸ ਆ ਗਏ।
ਚੌਥੇ ਦਿਨ ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ, ਚਾਦਰਾਂ ਲੈ ਕੇ ਅਤੇ ਅਰਦਾਸਾ ਸੋਧ ਕੇ ਲੰਮੇ ਪੈ ਗਏ। ਭਾਈ ਪੁਰਾਣਾ ਜੀ ਸਰੀਰ ਤਿਆਗ ਗਏ ਅਤੇ ਉਹ ਸ਼ਾਹੂਕਾਰ ਦੀ ਆਤਮਾ ਵੀ ਇੰਝ ਹੀ ਹੋਇਆ। ਧਰਮ ਰਾਜਾ ਕਹਿਣ ਲੱਗਾ ਯਮਦੂਤਾਂ ਨੂੰ ਵੀ ਜਾਓ ਸੱਚਖੰਡ ਲੈ ਜਾਓ। ਉਹ ਦੂਰੋਂ ਹੀ ਕਹਿਣ ਲੱਗੇ ਵੀ ਉਹ ਗੁਰਦੁਆਰੇ ਦਾ ਦਰਵਾਜ਼ਾ ਹੈ ਹਰਿਮੰਦਰ ਸਾਹਿਬ ਦਾ, ਦਰਸ਼ਨੀ ਡਿਓਢੀ, ਕੁਦਰਤੀ ਤੋਂ ਲੰਘ ਗਏ ਅਤੇ ਮੱਥਾ ਟੇਕ ਕੇ ਇੰਨਾ ਟਾਈਮ ਪੂਰਾ ਕਰਕੇ ਅਤੇ ਪੂਰੇ ਟਾਈਮ ਸਿਰ ਬਾਹਰ ਆ ਜਾਣਾ, ਸਾਨੂੰ ਅੰਦਰੋਂ ਖਿੱਚ ਕੇ ਨਾ ਲਿਆਉਣਾ ਪਏ, ਨਹੀਂ ਤਾਂ ਬੁਰੀ ਤਰ੍ਹਾਂ ਤੈਨੂੰ ਪੁੱਠਾ ਸੁੱਟ ਕੇ ਮਾਰਾਂਗੇ। ਇੰਨਾ ਡਰਾ ਧਮਕਾ ਕੇ ਵਿਚਾਰਾ ਕੰਮ ਦਾ ਉਹਨੂੰ ਭੇਜਿਆ। ਨਾਲੇ ਪਿੱਛਾ ਭੌਂਕੇ ਵੇਖੀ ਜਾਏ, ਨਾਲੇ ਅੱਗੇ ਨੂੰ ਜਾਏ, ਬਹੁਤ ਹੀ ਘਬਰਾਇਆ ਹੋਇਆ। ਜਾ ਕੇ ਮੱਥਾ ਟੇਕਿਆ, ਕੀਰਤਨ ਹੋ ਰਿਹਾ ਸੀ ਅਤੇ ਮੱਥਾ ਟੇਕ ਕੇ ਬੈਠ ਗਿਆ। ਭਾਈ ਸਾਹਿਬ ਨੇ ਆਵਾਜ਼ ਮਾਰੀ ਵੀ ਆ ਜਾ, ਲਾਗੇ ਬਿਠਾ ਲਿਆ। ਟਾਈਮ ਵੱਲ, ਘੜੀ ਵੱਲ ਵੇਖੀ ਜਾਏ। ਕਹਿੰਦੀ ਘੜੀ ਵੱਲ ਕਿਉਂ ਵੇਖਦਾ ਭਾਈ ਬਾਰ-ਬਾਰ? ਕਹਿੰਦੀ ਮੇਰਾ ਟਾਈਮ ਹੋ ਰਿਹਾ, 2 ਮਿੰਟ ਹੀ ਰਹਿ ਗਏ ਅਤੇ ਮੈਂ ਜਾਣਾ ਹੈ। ਕਹਿੰਦੇ ਕਿੱਥੇ ਜਾਣਾ? ਕਹਿੰਦੇ 4 ਵੱਡੇ ਹੱਟੇ ਕੱਟੇ ਸਰੀਰਾਂ ਵਾਲੇ, ਦੈਂਤਾਂ ਦੇ ਰੂਹ ਵਾਲੇ, ਬਹੁਤ ਹੀ ਭਿਆਨਕ ਯਮ ਬਾਹਰ ਖੜ੍ਹੇ ਨੇ। ਉਹਨਾਂ ਮੈਨੂੰ ਇਹ ਧਮਕੀ ਦਿੱਤੀ ਹੈ ਵੀ ਤੈਨੂੰ ਅੰਦਰੋਂ ਧੋ ਕੇ ਬੁਰੀ ਤਰ੍ਹਾਂ ਮਾਰਾਂਗੇ ਅਤੇ ਮਹਾਰਾਜ ਕਿਤੇ ਅੰਦਰ ਹੀ ਨਾ ਜਾਣ। ਕਹਿੰਦੇ ਨਹੀਂ ਭਾਈ, ਉਹਨਾਂ ਦੀ ਤਾਕਤ ਨਹੀਂ, ਉਹ ਇੱਕ ਵੀ ਕਦਮ ਜਿੱਥੇ ਖੜ੍ਹੇ ਨੇ ਉੱਥੋਂ ਅੱਗੇ ਨਹੀਂ ਆ ਸਕਦੇ। ਅਤੇ ਇਉਂ ਕਰ ਪੱਖਾ ਫੜ ਅਤੇ ਪੱਖਾ ਚੱਲ, ਸੰਗਤ ਨੂੰ ਜਿੱਥੇ ਆਉਣਾ ਸੀ ਆ ਗਿਆ। ਇੱਕ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਹੀ ਉਹਦੀ ਮੁਕਤੀ ਕਰ ਦਿੱਤੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਇਹ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਕਵੀ ਭਾਈ ਸੰਤੋਖ ਸਿੰਘ ਜੀ ਨੇ ਸਾਖੀ ਲਿਖੀ ਹੋਈ ਹੈ। ਤੋ ਇੰਝ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਵੇਖੋ ਮਹਾਰਾਜ ਤੂੰ ਬਗੈਰ ਹੀ ਗੁਰਦੁਆਰੇ ਮੱਥਾ ਵੀ ਨਹੀਂ ਟਿਕਾਇਆ, ਅੰਮ੍ਰਿਤ ਉਹਨੇ ਕੀ ਛਕਣਾ ਸੀ? ਕੋਈ ਪਾਠ ਪੂਜਾ ਵੀ ਨਹੀਂ, ਕੋਈ ਸੇਵਾ ਵੀ ਨਹੀਂ ਕਰਾਈ। ਬਾਰੇ ਬਾਰੀ ਇੰਨੀ ਬ੍ਰਹਮ ਗਿਆਨੀ ਦੀ ਤਾਕਤ ਹੈ। ਲੋਕ ਸੰਤਾਂ ਦੀ ਨਿੰਦਿਆ ਕਰਦੇ ਨੇ, ਗੁਰੂ ਸਾਹਿਬ ਦੀ ਬਖਸ਼ੀ ਤਾਕਤ ਨਾਲ ਜਿਹਦਾ ਚਾਹੁਣ ਭਲਾ ਕਰ ਸਕਦੇ ਨੇ। ਇਸ ਲਈ ਮਹਾਰਾਜ ਕਹਿੰਦੇ ਕੀਰਤਨ ਗਾਓ ਭਾਈ, ਬਾਣੀ ਪੜ੍ਹਿਆ ਕਰੋ। ਸੁਖਮਨੀ ਸਾਹਿਬ ਦੇ ਪਾਠ ਨਾਲ 24,000 ਸਵਾਸ ਸਫਲੇ ਹੁੰਦੇ ਨੇ। ਇੱਕ ਨਿਮਖ ਮਾਤਰ ਦੇ ਵਿੱਚ ਵੀ ਏਕ ਚਿੱਤ ਜੇ ਖਿਸ਼ਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਨਿਮਖ ਮਾਤਰ ਵੀ ਜੇ ਕੋਈ ਮਹਾਰਾਜ ਦਾ ਨਾਮ ਤੇ ਆਊਗਾ, ਉਹ ਕਾਲ ਦੀ ਫਾਹੀ ਵਿੱਚ ਨਹੀਂ ਆਏਗਾ, ਛੁੱਟ ਜਾਵੇਗਾ। ਸੰਤਾ ਹੋ ਇਹ ਸੰਤ ਜਨੋ, ਇਹ ਪਿਆਰੀ ਗੁਰਸਿੱਖੋ, ਸਾਗਰ ਪਾਰ ਉਤਰੀਐ। ਅੱਗੇ ਸਮੁੰਦਰ ਲੰਘਣਾ ਪੈਣਾ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਗ। ਕਿਹੜੇ ਪਿਓ ਨੂੰ ਯਾਦ ਕਰੋਗੇ ਜੇ ਮਹਾਰਾਜ ਦਾ ਨਾਮ ਨਹੀਂ ਜਪਿਆ? ਕੋਈ ਉੱਥੇ ਜਹਾਜ਼ ਨਹੀਂ, ਕੋਈ ਫੈਰੀ ਨਹੀਂ। ਬੇੜੀ ਨੇ ਤਾਂ ਭਲਾ ਕੀ ਕੰਮ ਹੋਣਾ? ਇਹ ਗੋਤੇ ਖਾਹੇ ਨਾ ਨਿਕਲੇ। ਆਤਮਾ ਡੁੱਬਦੀ ਨਹੀਂ, ਪਰ ਗੋਤੇ ਖਾ ਕੇ ਦੁਖੀ ਜ਼ਰੂਰ ਹੁੰਦੀ ਹੈ। ਇਹ ਗੁਰਸਿੱਖੋ, ਤੁਸੀਂ ਗੁਰਦੁਆਰੇ ਆਏ ਹੋ ਅਤੇ ਟਿਕਟ ਲਾਓ, ਪੈਸੇ ਕੱਢੋ ਇੱਧਰ, ਟਿਕਟ ਹੁਣੇ ਬੁੱਕ ਕਰਾਓ ਸੀਟ। ਪੈਸੇ ਕਿਹੜੇ ਨੇ? ਸਵਾਸਾਂ ਦੀ ਪੂੰਜੀ। ਸਵਾਸ ਲੈ ਕੇ ਮਹਾਰਾਜ ਜਹਾਜ਼ ਦੀ ਟਿਕਟ ਦਿੰਦੇ ਨੇ। ਸੰਸਾਰ ਸਮੁੰਦਰ ਤੋਂ ਉਤਾਰਨ ਲਈ ਵਾਹਿਗੁਰੂ ਨਾਮ ਜਹਾਜ਼ ਹੈ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹੈ। ਸਿਮਰਨ ਕਰਨ ਨਾਲ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਮੁਕਤੀ ਰੂਪ ਕਿਨਾਰੇ 'ਤੇ ਉਤਰ ਜਾਈਦਾ। ਪਤਾ ਹੀ ਨਹੀਂ ਲੱਗਦਾ ਵੀ ਸਮੁੰਦਰ ਕਦੋਂ ਆ ਗਿਆ, ਕਦੋਂ ਲੰਘ ਗਿਆ। ਸਾਗਰ ਤਰਿਓ ਬਾਸ਼ਰ ਖੋਜ, ਬੱਚੇ ਦੀ ਪੈੜ ਦੀ ਤਰ੍ਹਾਂ ਮਹਾਰਾਜ ਬਾਂਹ ਤੋਂ ਫੜ ਕੇ ਜਿਸ ਤਰ੍ਹਾਂ ਨਿਆਣਾ ਟਪਾਈ ਦਾ, ਇਸ ਤਰ੍ਹਾਂ ਟਪਾ ਕੇ ਲੈ ਜਾਂਦੇ ਨੇ। ਜੇ ਕੋ ਬਚਨ ਕਮਾਵੈ ਸੰਤਨ ਕਾ। ਇਹਨੂੰ ਫਜ਼ੂਲ ਦੀਆਂ ਬਾਤਾਂ ਜਾਂ ਹਵਾ ਦੇ ਵਿੱਚ ਨਾ ਸਮਝਿਓ। ਇਹ ਸੰਤਾਂ ਮਹਾਂਪੁਰਖਾਂ ਗੁਰੂਆਂ ਦੇ ਕਮਾਏ ਹੋਏ ਬਚਨ ਨੇ। ਜੇ ਕੋਈ ਸੰਤਾਂ ਜਨਾਂ ਦਾ ਬਾਣੀ ਦਾ ਕਮਾਉਣਾ ਕਰੇਗਾ ਉਪਦੇਸ਼ ਬਚਨ,
ਸੋ ਗੁਰ ਪ੍ਰਸਾਦੀ ਤਰੀਐ। ਉਹ ਗੁਰਾਂ ਦੀ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ। ਇਸ ਲਈ ਸੰਗਤ ਦਾ ਭਾਵੇਂ ਛੋਟਾ ਜਿਹਾ ਨਿਆਣਾ ਵੀ ਕੋਈ ਕਹੇ, ਉਹਦੀ ਵੀ ਗੱਲ ਨਹੀਂ ਮੋੜਨੀ ਚਾਹੀਦੀ। ਜਿੰਨੇ ਵੀ ਗੁਰੂ ਮਹਾਰਾਜ ਦੀ ਸੰਗਤ ਦੇ ਮਹਾਂਪੁਰਖ ਸੇਵਾਦਾਰ ਨੇ ਤੋ ਸਭ ਸਤਿਕਾਰਯੋਗ ਨੇ। ਗੁਰੂ ਦਾ ਹੁਕਮ ਜਾਣ ਕੇ 7 ਵਚਨ ਜ਼ਰੂਰ ਰੱਖੋ। ਕੰਮ ਭਾਵੇਂ ਨਾ ਹੀ ਕਰੋ, ਮਾਫ ਕਰਨਾ। ਇੱਕ ਵਾਰੀ 7 ਵਚਨ ਕਹਿ ਦਿਓ, ਮੁੜ ਕੇ ਫਿਰ ਮਾਫੀ ਵੀ ਮੰਗ ਲਓ ਜੇ ਨਹੀਂ ਵੀ ਹੁੰਦਾ ਤੇ, ਪਰ ਨਾ ਕਰੋ। ਇਸ ਵਾਸਤੇ ਮਹਾਂਪੁਰਖਾਂ ਨੂੰ ਮੱਥਾ ਹੀ ਟੇਕੋ ਤੇ 7 ਵਚਨ ਆਖੋ। ਜੇ ਕੋਈ ਵਚਨ ਕਮਾਏਗਾ ਉਹ ਤਰ ਜਾਏਗਾ ਗੁਰੂ ਦੀ ਕਿਰਪਾ ਨਾਲ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕੋਟ ਤੀਰਥ ਮੱਜਨ ਇਸ਼ਨਾਨਾ। ਬਿਨਾਂ ਨਾਮ ਜਪਣ ਤੋਂ, ਬਿਨਾਂ ਬਾਣੀ ਪੜ੍ਹਨ ਤੋਂ ਭਾਵੇਂ ਗੰਗਾ ਤੇ ਹੀ ਘਰ ਬਣਾ ਲਓ। ਕਬੀਰ ਜੀ ਕਹਿੰਦੇ ਇਹਦੇ ਨਾਲ ਕੀ ਹੋ ਜਾਊਗਾ? ਕਬੀਰ ਗੰਗਾ ਤੀਰ ਜੋ ਘਰ ਕਰੇ। ਪਹਾੜੀਏ ਵੀ ਤਾਂ ਰਹਿੰਦੇ ਨੇ ਹੇਮਕੁੰਟ ਸਾਹਿਬ ਵਾਲੇ ਪਾਸੇ, ਗੰਗਾ ਤੇ ਬਥੇਰੀ ਦੁਨੀਆ ਰਹਿੰਦੀ ਹੈ। ਨਿਰਾ ਤੀਰ ਤੇ ਨਹਾਉਣ ਨਾਲ ਤਾਂ ਨਹੀਂ ਬੰਦਾ ਮੁਕਤ ਹੁੰਦਾ, ਜੇ ਚੋਰੀ ਨਹੀਂ ਛੱਡੀ, ਯਾਰੀ ਨਹੀਂ ਛੱਡੀ। ਕਬੀਰ ਗੰਗਾ ਤੀਰ ਜੋ ਘਰ ਕਰੇ, ਪੀਵੇ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ। ਇਹੋ ਕਹਿ ਰਮੇ ਕਬੀਰ। ਭਾਵੇਂ ਗੁਰਦੁਆਰੇ ਹੀ ਰਹਿਣਾ ਸ਼ੁਰੂ ਕਰ ਦੇ, ਇੱਥੇ ਹੀ ਆਪਦਾ ਘਰ ਬਣਾ ਲੈ। ਜੇ ਕਥਾ ਹੀ ਨਹੀਂ ਸੁਣੀ, ਕੀਰਤਨ ਹੀ ਨਹੀਂ ਸੁਣਿਆ, ਕੋਈ ਭਾਂਡੇ ਨਹੀਂ ਮਾਂਜੇ, ਸੇਵਾ ਨਹੀਂ ਕੀਤੀ, ਕੋਈ ਸਿਮਰਨ ਨਹੀਂ ਕੀਤਾ, ਕੋਈ ਨਿਤਨੇਮ, ਕਿਹੜੀ ਕਿਹੜੀ ਦੂਰ ਤੋਂ ਲੋਕ ਆ ਕੇ ਬਾਣੀ ਪੜ੍ਹ ਕੇ ਅਰਦਾਸ ਕਰਕੇ ਆਪਦਾ ਕੰਮ ਸਫਲ ਕਰਕੇ ਤੁਰ ਜਾਂਦੇ। ਤੇ ਜਿਹਦਾ ਘਰ ਬਣਾ ਕੇ ਭਾਵੇਂ ਲਾਗੇ ਗੁਆਂਢ 'ਚ ਹੀ ਰਹਿ ਰਿਹਾ, ਜੇ ਮੱਥਾ ਹੀ ਨਹੀਂ ਟੇਕੂ, ਦੱਸੋ ਮਹਾਰਾਜ ਘਰ ਤਾਂ ਜਾ ਕੇ ਤਾਰਨ ਨੂੰ ਰਿਹਾ। ਇਸ ਲਈ ਕਰੋੜਾਂ ਤੀਰਥਾਂ ਦੇ ਪੁਰਬਾ ਸਮੇਂ ਇਸ਼ਨਾਨ ਕਰਨ ਤੋਂ, ਕੁੰਭ ਦੇ ਸਮੇਂ ਇਸ਼ਨਾਨ ਆਦਿ ਕਰਨ ਨਾਲ ਵੀ ਇਸ ਕਲ ਮਹਿਮਲ ਪਰਿਜੈ। ਇਸ ਕਲਯੁਗ ਦੇ ਸਮੇਂ 'ਚ ਹਿਰਦੇ ਦੇ ਵਿੱਚ ਪਾਪਾਂ ਦੀ, ਹਉਮੈ ਦੀ, ਦੇ ਅਭਿਮਾਨ ਦੀ ਇਹ ਮੈਲ ਭਰ ਹੀ ਜਾਂਦੀ ਹੈ। ਹੰਕਾਰ ਨਹੀਂ ਨਿਵਰਤ ਹੁੰਦਾ। ਲੋਕੀ 68 ਤੀਰਥ ਨਹਾਈ, ਕੌਰਾ ਪਨ ਤਉ ਨਾ ਜਾਈ। ਲੋਕੀ ਕਹਿੰਦੇ ਨੇ ਤੂੰਬੀ ਨੂੰ, ਤੂੰਬੀ ਦੀ ਕੜਤਣ ਤੀਰਥ ਨਹਾਉਣ ਤੋਂ ਨਹੀਂ ਜਾਂਦੀ ਹੈ। ਅੰਤਰ ਮੈਲ, ਅੰਦਰ ਤਾਂ ਮੈਲ ਭਰੀ ਹੋਈ ਗੁੜ। ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ, ਉਹਨੇ ਬੈਕੁੰਠ ਤਾਂ ਨਹੀਂ ਚਲੇ ਜਾਣਾ। ਇਸ ਵਾਸਤੇ ਸਾਧ ਸੰਗ ਜੋ ਹਰ ਗੁਣ ਗਾਵੇ। ਜੋ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ 'ਚ ਮਿਲ ਕੇ ਹਰੀ ਪਰਮੇਸ਼ਰ ਦੇ ਗੁਣ ਗਾਇਨ ਕਰਦਾ ਹੈ, ਸੋ ਨਿਰਮਲ ਕਰ ਲੀਜੈ। ਉਹ ਆਪਣੇ ਹਿਰਦੇ ਨੂੰ ਨਿਰਮਲ ਉਜਲ ਕਰ ਲੈਂਦਾ ਹੈ। ਮਹਾਂਪੁਰਖਾਂ ਦੀ ਇਹ ਮਰਜ਼ਾਦਾ ਰਹੀ ਹੈ ਸੰਗਤ ਦੀ ਕਿ ਜਦੋਂ ਵੀ ਕਥਾ ਹੋਣੀ, ਸਮਾਗਮ ਚੱਲਦਾ ਹੋਣਾ, ਚਿੜੀ ਨਾ ਫਟਕਣੀ, ਕੋਈ ਕਮਰੇ ਦੇ ਵਿੱਚ ਨਹੀਂ ਰਹਿ ਸਕਦਾ। ਸਭਨਾਂ ਦੇ ਕਮਰੇ ਬੰਦ, ਜਿੰਦਰਾ ਤੇ ਗੁਰਦੁਆਰੇ ਹੋਣੇ ਚਾਹੀਦੇ। ਜੇ ਕੋਈ ਬਾਹਰ ਮਿਲ ਗਿਆ ਉਹਨੂੰ ਉਸ ਵੇਲੇ ਤਲਬ ਕਰਕੇ ਕਹਿਣਾ ਕਿ ਇਸ਼ਾਰਾ ਪੰਨਾ ਚੁੱਕੋ ਤੇ ਘਰ ਨੂੰ ਜਾਓ। ਗੁਰਦੁਆਰੇ ਦਾ ਕੀ ਫਾਇਦਾ ਜੇ ਕਥਾ ਹੀ ਨਹੀਂ ਸੁਣਨੀ, ਕੀਰਤਨ ਹੀ ਨਹੀਂ ਸੁਣਨਾ। ਇਹਦੇ ਨੂੰ ਬੰਦਾ ਘਰਦਿਆਂ ਦਾ ਕੋਈ ਪੱਠੇ ਕੁਤਰੇ, ਉਹ ਮੱਝਾਂ ਡੰਗਰ ਦੀ ਸੇਵਾ ਕਰੇ। ਜੇ ਘਰਦਿਆਂ ਦਾ ਵੀ ਛੱਡਿਆ ਤੇ ਗੁਰੂ ਘਰ ਦਾ ਵੀ ਕੁਛ ਨਹੀਂ ਸਵਾਰਿਆ, ਨਾ ਕੋਈ ਸੇਵਾ ਨਾ ਸਿਮਰਨ। ਤੇ ਇੰਝੇ ਮਹਾਂਪੁਰਖਾਂ ਦਾ ਨਿਯਮ ਹੈ ਵੀ ਸੰਗਤ ਦੀ ਹਾਜ਼ਰੀ ਜ਼ਰੂਰ ਭਰਨੀ ਹੈ। ਸੰਗਤ ਦੇ ਨਾਲ ਹੀ ਭਲਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਮਹਾਰਾਜ ਕਹਿੰਦੇ ਸੰਗਤ 'ਚ ਪ੍ਰਮਾਤਮਾ ਵਸਦਾ। ਜੇ ਘਰ ਆਪਾਂ ਕਮਰੇ ਸੁੱਤੇ ਰਹਾਂਗੇ, ਰੱਬ ਦੇ ਦਰਸ਼ਨ ਕਿੱਥੋਂ ਕਰਾਂਗੇ? ਸੰਗਤ ਤਾਂ ਭੋਗ ਪੈ ਕੇ ਉੱਠ ਕੇ ਚਲੀ ਗਈ, ਫਿਰ ਰੱਬ ਕਿੱਥੋਂ ਲੱਭਾਂਗੇ? ਮਹਾਰਾਜ ਕਹਿੰਦੇ ਰੱਬ ਤਾਂ ਸੰਗਤ 'ਚ ਵਸਦਾ। ਜੇ ਰੱਬ ਨੂੰ ਤੁਸੀਂ ਮਿਲਣਾ ਹੈ ਜਾਂ ਦਰਸ਼ਨ ਕਰਨੇ ਨੇ, ਮਰਿਆਂ ਤੋਂ ਬਾਅਦ ਤਾਂ ਭਲਾ ਕਿਹਨੇ ਵੇਖਿਆ, ਜਿਉਂਦੇ ਆ ਕੇ ਤਾਂ ਮੱਥੇ ਲੱਗੋ ਭਾਈ, ਕੋਈ ਜਾਣ ਪਹਿਚਾਣ ਕਰਾਓ। ਇਸ ਵਾਸਤੇ ਵੇਦ ਕਤੇ ਬਾ ਸਿਮਰਤ ਸਭ ਸਾਸਤਾ। ਜੋ ਚਾਰੇ ਵੇਦ, ਸਾਮ, ਰਿਗਵੇਦ, ਯਜੁਰਵੇਦ, ਅਥਰਵਣ, ਚਾਰੇ ਕਤੇਬ, ਕੁਰਾਨ, ਤੁਰੇਤ, ਅੰਜੀਲ, ਜੰਬੂਰ ਅਤੇ 27 ਸਿਮਰਤੀਆਂ 6 ਸ਼ਾਸਤਰ ਨੇ। ਇਨਾ ਪੜਿਆ ਮੁਕਤ ਨਾ ਹੋਈ। ਕੇਵਲ ਇਹਨਾਂ ਸਾਰਿਆਂ ਨੂੰ ਪੜ੍ਹਨ ਮਾਤਰ ਮੁਕਤੀ ਕਲਿਆਣ ਨਹੀਂ ਹੁੰਦੀ ਹੈ। ਕਿਤਾਬਾਂ ਪੜ੍ਹਨ ਨਾਲ ਮੁਕਤੀ ਹੁੰਦੀ ਤੇ ਫਿਰ ਮਹਾਰਾਜ ਨੇ ਸੇਵਾ ਕਿਉਂ ਕਹਿਣੀ ਸੀਗੀ? ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ।
ਇਉਂ ਜਥੇ ਦਾ ਵੀ ਨਿਯਮ ਹੈ ਵੀ ਜਿਹੜਾ ਬੰਦਾ ਜਥੇ 'ਚ ਭਰਤੀ ਹੁੰਦਾ ਉਹਨੂੰ 2.5-3 ਘੰਟੇ ਸੇਵਾ ਕਰਨੀ ਪੈਂਦੀ। ਜਦੋਂ ਮੈਂ ਭਰਤੀ ਉਦੋਂ 1.5 ਘੰਟਾ ਸੀ, ਫਿਰ 2 ਘੰਟੇ ਹੋਈ, ਫਿਰ 2.5 ਘੰਟੇ, ਅਤੇ ਫਿਰ 10 ਸਾਲਾਂ ਬਾਅਦ 3 ਘੰਟੇ। ਮਤਲਬ ਜਿਹੜਾ ਸੰਗਤ 'ਚ ਰਹਿੰਦਾ ਹੈ 3 ਘੰਟੇ ਕੋਈ ਵੀ ਉਹ ਆਪ ਦੀ ਸੇਵਾ ਚੂਜ਼ ਕਰ ਲਏ ਅਤੇ ਮਹਾਰਾਜ ਦੀ ਸੰਗਤ 'ਚ ਹਾਜ਼ਰੀ ਭਰੇ ਤਾਂ ਭਾਈ ਲਾਭ ਹੈ। ਏਕ ਅੱਖਰ ਜੋ ਗੁਰਮੁਖ ਜਾਪੈ, ਜਿਹੜਾ ਮੁਖੀ ਗੁਰਾਂ ਦੁਆਰਾ ਇੱਕ ਨਾਮ ਰੂਪੀ ਅੱਖਰ ਨੂੰ ਜਪਦਾ ਹੈ, ਤਿਸ ਕੀ ਨਿਰਮਲ ਸੋਈ। ਜਾਂ ਖਰਨ ਤੋਂ ਰਹਿਤ ਅਦਵੈ ਸਰੂਪ ਬ੍ਰਹਮ ਨੂੰ ਜੋ ਗੁਰਮੁਖ ਜਪਦਾ ਉਸ ਦੀ ਲੋਕ ਅਤੇ ਪਰਲੋਕ ਦੇ ਵਿੱਚ ਉਜਲ ਸੋਭਾ ਹੁੰਦੀ ਹੈ। ਜਦ ਵੀ ਕੋਈ ਬਰਸੀ ਜਾਂ ਕੋਈ ਵੱਡਾ ਸਮਾਗਮ ਹੁੰਦਾ ਅਤੇ ਮਹਾਂਪੁਰਖਾਂ ਕਹਿਣਾ ਆਪਦੇ ਕਮਰੇ ਦੀਆਂ ਚਾਬੀਆਂ ਫੜਾ ਦਿਓ ਅਤੇ ਬੈੱਡ ਖਾਲੀ ਕਰ ਦਿਓ, ਆਪ ਕਮਰੇ ਤੋਂ ਬਾਹਰ ਗਲ 'ਚ ਪਰਨਾ ਪਾ ਕੇ ਅਤੇ ਸੰਗਤ ਨੂੰ ਵੈਲਕਮ ਕਰਨਾ ਗੇਟ 'ਤੇ ਖੜ੍ਹੇ ਹੋ ਕੇ, ਅਤੇ ਆਪਦੇ ਕਮਰੇ ਸੰਗਤ ਨੂੰ ਸਮਾਉਣਾ ਹੈ। ਸੰਗਤ ਪ੍ਰਾਹੁਣੀ ਹੈ ਗੁਰੂ ਘਰ ਦੀ, ਰੋਟੀ ਵੀ ਪਹਿਲਾਂ ਖਵਾਉਣੀ ਅਤੇ ਆਪਦੇ ਆਸਣ ਦੇ ਵੀ ਸਮਾਉਣਾ। ਸੰਗਤ ਦਾ ਸਤਿਕਾਰ ਕਰਨਾ ਗੁਰੂ ਘਰ ਦੇ ਸੇਵਾਦਾਰਾਂ ਦਾ ਫਰਜ਼ ਹੈ। ਐਸਾ ਉਹਨਾਂ ਮਹਾਂਪੁਰਖਾਂ ਦਾ ਨਿਯਮ ਸੀਗਾ। ਕੋਈ ਵੀ ਸੰਗਤ ਆਉਣੀ ਅਤੇ ਖੜ੍ਹੇ ਹੋ ਜਾਣਾ, ਕਹਿੰਦੇ ਪਹਿਲਾਂ ਇਹਨਾਂ ਨੂੰ ਬਹਿਣ ਦਿਓ। ਅਤੇ ਇਸ ਵਾਸਤੇ ਜਿਹੜੇ ਸੰਗਤ ਸੰਤ ਮਹਾਂਪੁਰਖ ਨੇ ਇਹ ਰੱਬ ਦੇ ਬੰਦੇ ਹਨ। ਖੱਤਰੀ ਬ੍ਰਾਹਮਣ ਸੂਦ ਵੈਸਾ, ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼, ਉਪਦੇਸ਼ ਚਹੁ ਵਰਨ ਕਉ ਸਾਂਝਾ। ਗੁਰੂ ਘਰ ਦਾ ਉਪਦੇਸ਼ ਕਿਸੇ ਵਿਸ਼ੇਸ਼ ਵਿਅਕਤੀ ਲਈ ਵਿਸ਼ੇਸ਼ ਨਹੀਂ ਹੈ। ਚਾਰੇ ਵਰਨਾਂ ਦੇ ਜੀਵਾਂ ਨੂੰ ਨਾਮ ਜਪਣ ਦਾ ਸਾਡਾ ਸਾਂਝਾ ਉਪਦੇਸ਼। ਗੁਰਮੁਖ ਨਾਮ ਜਪੈ ਉਦਰ ਸੋ ਕਲਮ ਹੈ। ਇਹਨਾਂ 4 ਵਰਨਾਂ ਦੇ ਵਿੱਚੋਂ ਜੋ ਵੀ ਗੁਰਮੁਖ ਬਣ ਕੇ ਮੁਖੀ ਗੁਰਾਂ ਦੁਆਰਾ ਅੰਮ੍ਰਿਤ ਛਕ ਕੇ ਨਾਮ ਜਪੇਗਾ ਸੋ ਇਸ ਕਲਯੁਗ ਦੇ ਵਿੱਚ ਉਧਰ ਜਾਏਗਾ, ਪਾਰ ਹੋ ਜਾਏਗਾ। ਕਿਸੇ ਨੂੰ ਆਪਣਾ ਨਿਸ਼ਾਨਾ ਬਣਾ ਕੇ ਬਾਈ ਆਰਡਰ ਨਹੀਂ ਕਹੀਦਾ। ਬਾਬੇ ਅਤਰ ਸਿੰਘ ਦੀ ਮਾਤਾ ਵਾਪਸ ਮੁੜ ਆਈ, ਕਹਿੰਦੇ ਮਾਤਾ ਕੀ ਹੋਇਆ? ਕਹਿੰਦੇ ਧਰਮ ਰਾਜਾ ਕਹਿੰਦਾ ਜਾ ਮਾਈ ਅੰਮ੍ਰਿਤ ਛਕਿਆ, ਵੀ ਤੂੰ ਤਾਂ ਅੰਮ੍ਰਿਤ ਹੀ ਨਹੀਂ ਛਕਿਆ, ਹੁਣ ਮੈਂ ਤੇਰਾ ਕੀ ਕਰਾਂ? ਨਾ ਮੈਂ ਤੈਨੂੰ ਇੱਥੇ ਰੱਖ ਸਕਦਾ, ਨਾ ਨਰਕਾਂ 'ਚ ਭੇਜ ਸਕਦਾ, ਤੂੰ ਬ੍ਰਹਮ ਗਿਆਨੀ ਦੀ ਮਾਂ ਹੈ। ਅਤੇ ਸੱਚਖੰਡ ਮੈਨੂੰ ਤੋਰਿਆ ਅਤੇ ਉੱਥੋਂ ਵੀ ਉਹਨਾਂ ਵਾਪਸ ਕਰ ਦਿੱਤਾ ਵੀ ਮਾਈ ਤੂੰ ਤਾਂ ਅੰਮ੍ਰਿਤ ਨਹੀਂ ਛਕਿਆ। ਵੀ ਬਾਬਾ ਜੀ ਮਹਾਂਪੁਰਖੋ ਤੁਸੀਂ ਸੰਤ ਹੋ, ਮੈਨੂੰ ਦੱਸਿਆ ਨਹੀਂ ਵੀ ਅੰਮ੍ਰਿਤ ਛਕ ਲਓ, ਸਾਰੀ ਦੁਨੀਆ ਅੰਮ੍ਰਿਤਧਾਰੀ ਬਣਾਤੀ। ਕਹਿੰਦੇ ਤੇਰੇ ਲਈ ਕੋਈ ਵੱਖਰਾ ਉਪਦੇਸ਼ ਥੋੜ੍ਹਾ ਸੀਗਾ, ਤੂੰ ਸਾਡੀ ਮਾਂ ਹੈ, ਬਾਈ ਆਰਡਰ ਅਸੀਂ ਕਿਵੇਂ ਆਂਦੇ? ਉਪਦੇਸ਼ ਤਾਂ ਗੁਰੂ ਦਾ ਹੈ, ਸੰਗਤ 'ਚ ਦੇਈਦਾ, ਕਿਸੇ ਨੂੰ ਬਾਂਹ ਤੋਂ ਫੜ ਕੇ ਨਹੀਂ ਸਮਝਾਈਦਾ ਹੈ। ਅਤੇ ਹੁਣ ਹੀ ਛਕ ਲਾ। ਫਿਰ ਅੰਮ੍ਰਿਤ ਛਕ ਕੇ ਫਿਰ ਉਹਨੇ ਚੜ੍ਹਾਈ ਕੀਤਾ। ਇਸ ਲਈ ਮਹਾਰਾਜ ਦਾ ਸਾਂਝਾ ਉਪਦੇਸ਼। ਘਟ ਘਟ ਨਾਨਕ ਮਾਝਾ, ਸਤਿਗੁਰੂ ਜੀ ਕਥਨ ਕਰਦੇ ਕਿ ਉਹਨੂੰ 4 ਖਾਣੀਆਂ ਦੇ ਘਟਾਂ ਘਟਾਂ ਦੇ ਵਿੱਚ ਵਿਆਪਕ ਪਰਮੇਸ਼ਰ ਦਿਸ ਪੈਂਦਾ। ਜਿਹੜਾ ਮਹਾਰਾਜ ਦਾ ਨਾਮ ਜਪਦਾ ਹੈ ਉਹ 'ਤੇ ਕਿਰਪਾ ਹੋ ਜਾਂਦੀ ਹੈ। ਇੱਥੇ ਲੜੀਵਾਰ ਕਥਾ ਦੀ ਸਮਾਪਤੀ ਹੈ ਜੀ। ਇਸ ਤੋਂ ਬਾਅਦ ਇੱਕ ਟੂਕ ਮਾਤਰ ਜੋ 5ਵੇਂ ਪਾਤਸ਼ਾਹ ਨੇ ਸੰਗਰਾਮ ਦਾ ਸ਼ਬਦ ਉਚਾਰਿਆ ਉਹਦੇ ਦਰਸ਼ਨ ਮਾਤਰ ਆਪਾਂ ਕਰਾਂਗੇ। ਬਾਕੀ ਜਿਹੜੀ ਖੁੱਲ੍ਹੀ ਕਥਾ ਹੈ ਉਹ ਮੈਂ ਤਾਂ ਨਹੀਂ ਕੀਤੀ ਕਿਉਂਕਿ ਮੇਰਾ ਟਾਈਮ ਬਾਅਦ ਵਿੱਚ ਵੀ ਆ, ਅਤੇ ਉਹ ਸੰਗਰਾਮ ਦੀ ਕਥਾ ਜਿਹੜਾ ਅਗਲਾ ਟਾਈਮ ਹੈ ਪ੍ਰਬੰਧਕਾਂ ਵੱਲੋਂ 2 ਤੋਂ 3 ਇਹਨਾਂ ਲਿਖਿਆ ਸ਼ਾਇਦ, ਉਸ ਟਾਈਮ 'ਤੇ ਆਪਦੀ ਹਾਜ਼ਰੀ ਲਵਾਵਾਂਗੇ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਖੱਤਰੀ ਬ੍ਰਾਹਮਣ ਸੂਦ ਵੈਸਾ, ਉਪਦੇਸ਼ 4 ਵਰਨ ਕਉ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ, ਘਟ ਘਟ ਨਾਨਕ ਮਾਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸ਼ਲੋਕ ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ ਡੋਲਣ ਦੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਮਹਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ,
ਕਿਰਪਾ ਕਰੋ ਹਰੇ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸੁਨ ਪ੍ਰੇਮਿਓ ਮਾਹੜਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਵੇ ਕੰਨਾ ਹਾਹੀ ਸਿਆਰੀ ਗੱਗੀ ਔਂਕੜ ਰਾਰੇ ਦਲੰਕੜ। ਵਾਹਿਗੁਰੂ ਜਪਣਾ ਵੀ ਹੈ ਤੇ ਸੁਣਨਾ ਵੀ ਹੈ। ਅਸੁਣ ਅ ਵਿਸ਼ੇਸ਼ ਕਰਕੇ ਸੁਣ। ਕੀ ਸੁਣ? ਵਾਹਿਗੁਰੂ ਨਾਮ ਸੁਣ, ਕਥਾ ਸੁਣ, ਕੀਰਤਨ ਸੁਣ। ਪ੍ਰੇਮ ਉਮਾਹੜ ਹੈ, ਫਿਰ ਪ੍ਰੇਮ ਦਾ ਉਤਸ਼ਾਹ ਤੈਨੂੰ ਪ੍ਰਾਪਤ ਹੋਏਗਾ। ਅਸੁਣ ਦਾ ਮਹੀਨਾ ਇਹ ਉਪਦੇਸ਼ ਦੇ ਰਿਹਾ। ਹੁਣ ਨਾ ਠੰਡ ਹੈ ਨਾ ਗਰਮੀ ਹੈ, ਚੌਂਕੜਾ ਮਾਰ ਕੇ ਸੋਹਣੇ ਮੌਸਮ ਵਿੱਚ ਬੰਦਾ ਭਗਤੀ ਕਰ ਸਕਦਾ। ਕੋਈ ਸਹਿਜ ਪਾਠ ਪ੍ਰਾਰੰਭ ਕਰੋ, ਕੋਈ ਵਿਸ਼ੇਸ਼ ਜਾਪ ਪ੍ਰਾਰੰਭ ਕਰੋ, ਪਰ 4 ਚੁਫੇਰੇ ਤੋਂ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਮਨ ਵਿੱਚ ਪ੍ਰੇਮ ਦਾ ਉਤਸ਼ਾਹ ਪੈਦਾ ਹੋਏਗਾ। ਕਿਉ ਮਿਲਿਆ ਹਰ ਰਾਏ, ਕਿ ਹਰੀ ਰਾਜੇ ਨੂੰ ਕਿਵੇਂ ਜਾ ਕੇ ਮਿਲੀਏ। ਮਨ ਤਨ ਪਿਆਸ ਦਰਸ਼ਨ ਕਾਨੀ। ਸਾਡੇ ਮਨ ਅਰ ਤਨ ਦੇ ਵਿੱਚ ਵਾਹਿਗੁਰੂ ਦੇ ਦਰਸ਼ਨ ਦੀ ਬਹੁਤੀ ਪਿਆਸ ਤਰੇ ਲੱਗ ਰਹੀ ਹੈ। ਕੋਈ ਆਣ ਮਿਲਾਵੈ ਮਾਈ। ਇਹ ਭਾਈ ਕੋਈ ਗੁਰੂ ਦਾ ਪਿਆਰਾ ਹੈ, ਕੋਈ ਆਵੇ ਸੰਤੋ। ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹੇ ਮਾਰਗ ਦਿਖਲਾਵੇ। ਦੱਸੋ ਬਾਣੀ ਦੀ ਕਥਾ ਦੀ ਲੋੜ ਹੈ? ਬਿਲਕੁਲ ਨਹੀਂ। ਕਈ ਕਹਿੰਦੇ ਸਮਝ ਨਹੀਂ ਆਉਂਦੀ। ਸਮਝ ਕਿਉਂ ਨਹੀਂ ਆਉਂਦੀ? ਠੇਠ ਪੰਜਾਬੀ ਦੇ ਵਿੱਚ ਕਿੰਨੇ ਸਪਸ਼ਟ ਅੱਖਰ ਗੁਰੂ ਜੀ ਨੇ ਸਾਰੰਗ ਰਾਗ ਦੇ ਵਿੱਚ ਲਿਖੇ ਨੇ। ਤੇ ਕੋਈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਪਿਆਰਾ ਸੰਤ ਗੁਰਸਿੱਖ ਆਵੇ, ਮੈਨੂੰ ਗੁਰੂ ਦੇ ਨਾਲ ਵਾਹਿਗੁਰੂ ਨਾਲ ਮਿਲਾ ਦੇਵੇ। ਸੰਤ ਸਹਾਈ ਪ੍ਰੇਮ ਕੇ। ਕਿਉਂਕਿ ਸੰਤ ਰੱਬ ਵਿੱਚ ਪ੍ਰੇਮ ਲਾਉਣ ਵਿੱਚ ਸਹਾਇਤਾ ਕਰਦੇ ਨੇ। ਹਉ ਤਿਨ ਕਹਿ ਲਾਗਾ ਪਾਏ। ਕਾਰ ਸੇਵਾ ਵਾਲੇ ਸੇਵਾ ਦੇ ਬਹਾਨੇ ਪ੍ਰੇਮ ਲਾ ਦਿੰਦੇ ਨੇ। ਜਿਹਦੇ ਕੋਲ ਸੇਵਾ ਕਰਾ ਦਿੱਤੀ ਉਹ ਕਿੱਥੇ ਭੱਜ ਕੇ ਜਾਊਗਾ? ਉਹ ਫਿਰ ਅੰਮ੍ਰਿਤ ਛਕ ਹੀ ਲਊਗਾ। ਤੋ ਕਥਾ ਕੀਰਤਨ ਸੁਣਾ ਕੇ ਸੰਗਤ ਜਿਹੜੀ ਹੈ ਮਹਾਰਾਜ ਦਾ ਪ੍ਰੇਮ ਪੈਦਾ ਕਰ ਦਿੰਦੀ ਹੈ। ਇਸ ਲਈ ਮੈਂ ਉਹਨਾਂ ਦੇ ਚਰਨੀ ਲੱਗਣਾ ਕਰਾਂ, ਸੰਤਾਂ ਨੂੰ ਮੱਥਾ ਟੇਕਾਂ। ਵਿਣ ਪ੍ਰਭ ਕਿਉ ਸੁਖ ਪਾਈਆ। ਬਿਨਾਂ ਪ੍ਰਭੂ ਤੋਂ ਕਿਵੇਂ ਸੁਖ ਪਾਈਏ ਭਾਈ। ਦੂਜੇ ਨਾਹੀਂ ਜਾਏ। ਦੂਜੀ ਹੋਰ ਕੋਈ ਜਗ੍ਹਾ ਨਹੀਂ ਹੈ ਸੁਖ ਵਾਲੀ। ਜਿਨੇ ਚਾਖਿਆ ਪ੍ਰੇਮ ਰਾਸਾ। ਜਿਨ੍ਹਾਂ ਪ੍ਰੇਮ ਦਾ ਰਸ ਚੱਖ ਲਿਆ ਹੈ ਸੇ ਤ੍ਰਿਪਤ ਰਹੇ ਆਗਾਏ। ਉਹ ਤ੍ਰਿਪਤ ਹੋ ਕੇ ਰੱਜ ਗਏ ਨੇ। ਬਾਅਦ ਵਿੱਚ ਮਾਇਆ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗੀ। ਆਪ ਤਿਆਗ ਬਿਨਤੀ ਕਰਹਿ। ਆਪਣਾ ਆਪ ਤਿਆਗ ਕੇ ਬੇਨਤੀ ਜਿਹੜੇ ਕਰਦੇ ਨੇ। ਲਿਹੋ ਪ੍ਰਭੂ ਲੜ ਲਾਏ। ਕਿ ਹੇ ਪ੍ਰਮਾਤਮਾ ਸਾਨੂੰ ਆਪ ਦੇ ਅੰਮ੍ਰਿਤ ਛਕਾ ਕੇ ਸਿੱਖੀ ਰੂਹ ਪੱਲੇ ਨਾ ਲਾਲ। ਜੋ ਹਰ ਕੰਤ ਮਿਲਾਈਆ। ਜਿਵੇਂ ਇਸਤਰੀ ਜਿਹੜੀ ਹੈ ਆਨੰਦ ਕਾਰਜਾਂ ਮੌਕੇ ਆਪਣੇ ਪਤੀ ਦਾ ਪੱਲਾ ਫੜਦੀ ਹੈ, ਉਹਨੂੰ ਪਤੀ ਦਾ ਆਸਰਾ ਹੈ। ਬੱਚਾ ਆਪਣੇ ਪਿਓ ਦੀ ਉਂਗਲ ਪਕੜਦਾ ਹੈ। ਇਉਂ 6ਵੇਂ ਪਾਤਸ਼ਾਹ ਦਾ ਪੱਲਾ ਫੜ ਕੇ 52 ਰਾਜੇ ਰਿਹਾ ਹੋ ਗਏ। ਮਹਾਰਾਜ ਸਾਨੂੰ ਵੀ ਸਿੱਖੀ ਦਾ ਪੱਲਾ ਪਕੜਾ ਤੇ ਕਿਰਪਾ ਕਰਕੇ ਮਹਾਰਾਜ ਸਾਨੂੰ ਆਪਦੇ ਲੜ ਲਾ ਲੈ। ਕਿਉਂਕਿ ਜੋ ਹਰੀਪਤੀ ਨੇ ਆਪਦੇ ਨਾਲ ਗੁਰਸਿੱਖ ਸੰਤਾਂ ਰੂਪ ਸਖੀਆਂ ਮਿਲਾਈਆਂ ਨੇ। ਸੇ ਵਿਛੜ ਕਤਹ ਨਾ ਜਾਏ। ਉਹ ਵਿਛੜ ਕੇ ਬਾਅਦ ਵਿੱਚ ਕਿਤੇ ਹੋਰ ਨਹੀਂ ਜਾਂਦੀਆਂ। ਜੇ ਇਸ ਜਨਮ 'ਚ ਮੁਕਤੀ ਨਾ ਮਿਲੀ ਫਿਰ ਮਹਾਰਾਜ ਦੁਬਾਰਾ ਤੋਂ ਮੌਕਾ ਦੇਣਗੇ।
ਰੱਬ ਤੋਂ ਵਿਛੜਦੇ ਨਹੀਂ ਹਨ, ਜੂਨਾਂ ਦੇ ਵਿੱਚ ਨਹੀਂ ਜਾਂਦੇ। ਪ੍ਰਭ ਵੈਣ ਦੂਜਾ ਕੋ ਨਹੀਂ, ਪਰਮਾਤਮਾ ਤੋਂ ਬਗੈਰ ਦੂਜਾ ਹੋਰ ਕੋਈ ਸਮਰੱਥ ਨਹੀਂ ਹੈ। ਨਾਨਕ ਹਰਿ ਸਰਣਾਏ, ਸਹਿਬ ਕਥਨ ਕਰਦੇ ਨੇ ਅਸੀਂ ਹਰੀ ਦੀ ਸ਼ਰਨ ਵਿੱਚ ਆਏ ਹਾਂ। ਅਸੁ ਸੁਖੇ ਵਸੰਦੀਆ, ਅੱਸੂ ਦਾ ਮਹੀਨਾ ਚੜ੍ਹਿਆ ਜੇ, ਇਹਦੇ ਵਿੱਚ ਉਹ ਗੁਰਸਿੱਖ ਸੰਤਾਂ ਮਹਾਤਮਾ ਰੂਪ ਸਖੀਆਂ ਸੁਖੀ ਵਸਦੀਆਂ ਨੇ। ਜਿਨਾ ਮਇਆ ਹਰ ਰਾਏ, ਜਿਨ੍ਹਾਂ ਦੇ ਹਰੀ ਰਾਜੇ ਦੀ ਕਿਰਪਾ ਹੈ। ਕਿਰਪਾ ਹਾਸਲ ਕਰਨ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਦੋਨੇ ਟਾਈਮ ਕਿ ਮਹਾਰਾਜ ਸਾਨੂੰ ਬਖਸ਼ ਲੈ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਉਹਨੂੰ ਆਪ ਦੇ ਜਸ ਗਾਉਣ ਦੀ ਦਾਤ ਬਖਸ਼ ਦੇ, ਜਿਹੜਾ ਜਸ ਗਾਉਂਦਾ ਉਹਦਾ ਪਾਰ ਉਤਾਰਾ ਹੁੰਦਾ ਹੈ। ਸੰਤਾ ਸੰਗਤ ਪਾਈ ਹੈ, ਜਿਤ ਜਮ ਕੇ ਪੰਥ ਨਾ ਜਾਈਐ, ਤੋਸਾ ਹਰ ਕਾ ਨਾਮ ਲੈ, ਤੇਰੇ ਕੋਲੇ ਨਾ ਲਾਗੇ ਗਾਲ ਜੀਓ। ਇਹ ਅੱਸੂ ਦਾ ਮਹੀਨਾ ਚੜ੍ਹਿਆ ਹੈ, ਮਾਰੇ ਸੁਖ ਸ਼ਾਂਤੀ ਪਾਣੀ ਅੰਦਰ ਬਤੀਤ ਕਰਨ ਜੀ। ਭੁੱਲ ਚੁੱਕ ਮਾਫ ਕਰੋ, ਅੱਗੇ ਤੋਂ ਸਮਤ ਬਖਸ਼ੋ। ਵੈਣ ਪ੍ਰਾਪ ਵੈਣ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਅਸੂ ਸੁਖੀ ਬਸੰਦੀਆਂ, ਜਿਨਾ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਬਠਾ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਦੋ ਤਗਉ ਹਰਿ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੁ ਕਰੇ ਤੇਰਾ ਕਾਰਜ ਸਭ ਸਵਾਰਨ। ਸਭਨਾ ਗਲਾ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ ਦੇ ਸੋ ਪਾਵੈ। ਸਦਾ ਸਿਰ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਨ ਕਾ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ। ਨਾਮ ਮੇਰਾ ਆਧਾਰੂ, ਸਾਖ ਨਾਮ ਆਧਾਰ ਮੇਰਾ। ਜਨ ਭੁੱਖਾ ਸਭ ਗਵਾਈ, ਅੰਦਰ ਸਾਧ ਸੁਖ ਮੰਨਿਆ। ਸਿਆਦਰ ਇੱਛਾ ਸਭ ਪੁਜਾਈ। ਸਦਾ ਕੁਰਬਾਨ ਕੀਤਾ ਗੁਰ ਬੈਠੋ, ਜਲਦੀਆਂ ਇਹ ਵਡਿਆਈਆਂ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰਤਾਰੀਆ, ਪੰਜ ਦੂਤ ਨਿਵਾਸ ਕੀਤੇ ਕਾਲ ਕੰਠ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕਾ ਲਾ।